ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। ਅਵਿਦਿਆ ਸਭ ਤੋਂ ਵੱਡਾ ਦੁਸ਼ਮਣ ਹੈ, ਕਿਉਂਕਿ ਇਹ ਖੇਤ ਹੈ। ਇਸ ਵਿੱਚ ਬਾਕੀ ਸਾਰੇ ਕਲੇਸ਼ ਫਲਦੇ ਫੁੱਲਦੇ ਹਨ, ਔਰ ਇਸੀ ਅਵਸਥਾ ਦੇ ਖੇਤ ਵਿੱਚ ਰਾਗ ਦਵੈਸ਼ ਆਦਿ ਬੀਜਾਂ ਨੂੰ ਬੀਜਿਆ ਜਾਂਦਾ ਹੈ, ਅਤੇ ਖੇਤ ਹੀ ਅਨਾਜ ਦੀ ਸੂਰਤ ਵਿੱਚ ਪ੍ਰਗਟ ਹੁੰਦਾ ਹੈ। ਇਸ ਲਈ ਜਿੰਨਾ ਚਿਰ ਤੱਕ ਅਵਿਦਿਆ ਮੌਜੂਦ ਹੈ, ਤਦ ਤੱਕ ਹਜ਼ਾਰ ਯਤਨ ਕਰਨ 'ਤੇ ਵੀ ਬਾਕੀ ਕਲੇਸ਼ ਦੂਰ ਨਹੀਂ ਹੋ ਸਕਦੇ। ਇਹ ਸਾਰੇ ਕਲੇਸ਼ਾਂ ਦੀ ਮਾਂ ਆ ਜਿਹੜੀ ਅਵਿਦਿਆ, ਅਗਿਆਨ ਬਿਰਤੀ ਹੈ। ਜਿੰਨੀ ਦੇਰ ਤੱਕ ਜੜ ਮੌਜੂਦ ਹੈ, ਭਾਵੇਂ ਸ਼ਾਖਾਂ ਅਤੇ ਪੱਤੇ ਕੱਟੇ ਜਾਣ, ਉਦੋਂ ਤੱਕ ਰੁੱਖ ਦੇ ਪੈਦਾ ਹੋਣ ਦਾ ਡਰ ਬਣਿਆ ਰਹਿੰਦਾ ਹੈ। ਜਿਸ ਤਰ੍ਹਾਂ ਫਸਲ ਵੱਢਣ ਤੋਂ ਬਾਅਦ ਵੀ ਖੇਤ ਜਿਉਂ ਕਾ ਤਿਉਂ ਮੌਜੂਦ ਰਹਿੰਦਾ ਹੈ, ਇਸੇ ਤਰ੍ਹਾਂ ਅਵਿਦਿਆ ਦੀ ਜੜ ਮੌਜੂਦ ਰਹਿਣ 'ਤੇ ਕਲੇਸ਼ਾਂ ਦਾ ਨਾਸ ਨਹੀਂ ਹੋ ਸਕਦਾ। ਇਹ ਅਵਿਦਿਆ ਹੀ ਸਾਰੇ ਕਲੇਸ਼ਾਂ ਦੀ ਜੜ ਹੈ, ਅਤੇ ਇਹ ਸਾਰੇ ਦੁੱਖਾਂ ਦਾ ਮੂਲ ਹੈ। ਹੁਣ ਵੇਖੀਏ ਕਿ ਇਹ ਅਵਿਦਿਆ ਹੈ ਕੀ ਚੀਜ਼ ਹੈ। ਇਹ ਅਵਿਦਿਆ ਨਾਮ ਅਗਿਆਨਤਾ, ਅਤੇ ਉਰਦੂ ਵਾਲੇ ਜਹਾਲਤ ਕਹਿ ਦਿੰਦੇ ਆ। ਅਗਿਆਨਤਾ ਕਹਿੰਦੇ, ਜਹਾਲਤ ਇੱਕੋ ਹੀ ਗੱਲ ਹੈ। ਜਹਾਲਤ ਦਾ ਹੈ, ਇਹ ਦੋ ਪ੍ਰਕਾਰ ਦੀ ਹੈ। ਤੂਲਾ ਵਿਦਿਆ, ਮਨੁੱਖ ਜਦੋਂ ਸੰਸਾਰ ਦੀਆਂ ਚੀਜ਼ਾਂ ਨੂੰ ਨਹੀਂ ਸਮਝਦਾ ਜਾਂ ਨਹੀਂ ਜਾਣਦਾ, ਤਾਂ ਇਸ ਨੂੰ ਤੂਲਾ ਵਿਦਿਆ ਕਿਹਾ ਜਾਂਦਾ ਹੈ। ਤੂਲਾ ਵਿਦਿਆ ਕਹਿ ਦਿੰਦੇ ਹਨ। ਇਹ ਦੁਨਿਆਵੀ ਸਿੱਖਿਆ ਨੂੰ ਪੜ੍ਹਨ ਨਾਲ ਦੂਰ ਹੁੰਦੀ ਹੈ, ਔਰ ਇਹ ਖਤਮ ਹੋ ਜਾਣ 'ਤੇ ਵੀ ਫਿਰ ਆ ਜਾਂਦੀ ਹੈ। ਜਿਵੇਂ ਪ੍ਰਕਾਸ਼ ਹੋਇਆ ਤਾਂ ਹਨੇਰਾ ਅਲੋਪ ਹੋ ਗਿਆ, ਪਰ ਜੇ ਰੋਸ਼ਨੀ ਨੂੰ ਹਟਾ ਦਿੱਤਾ ਗਿਆ ਤੇ ਫਿਰ ਹਨੇਰਾ ਹੋ ਗਿਆ। ਦੂਜਾ ਨੰਬਰ ਹੈ ਮੂਲਾ ਅਵਿਦਿਆ। ਆਤਮਾ ਦਾ ਗਿਆਨ ਨਾ ਹੋਣਾ ਮੂਲਾ ਵਿਦਿਆ ਹੈ। ਇਹ ਆਤਮਾ ਦੇ ਗਿਆਨ ਨਾਲ ਦੂਰ ਹੁੰਦੀ ਹੈ, ਅਤੇ ਇੱਕ ਵਾਰ ਦੂਰ ਹੋ ਜਾਣ 'ਤੇ ਫਿਰ ਨਹੀਂ ਆਉਂਦੀ। ਅਸ਼ੁੱਧ ਸਤ ਵਿਦਿਆ ਹੈ। ਇਸ ਅਵਸਥਾ ਦੇ ਵਿੱਚ ਸਤ ਵਿੱਚ ਰਜੋਗੁਣ ਵਧੇਰੇ ਮਾਤਰਾ ਵਿੱਚ ਮਿਲਿਆ ਹੁੰਦਾ ਹੈ। ਅਵਿਦਿਆ ਜੀਵ ਦਾ ਕਾਰਨ ਸਰੀਰ ਹੈ, ਅਤੇ ਇਹ ਸੰਸਾਰ ਦਾ ਮੂਲ ਕਾਰਨ ਹੈ। ਇਹ ਸ਼ੁੱਧ ਸਤੋਗੁਣ ਸਹਿਤ ਮਾਇਆ ਪਰਮਾਤਮਾ ਦੀ ਉਪਾਧੀ ਹੈ। ਇਹੀ ਅਵਿਦਿਆ ਅਤੇ ਮਾਇਆ ਵਿੱਚ ਅੰਤਰ ਹੈ। ਅਵਿਦਿਆ ਨਾਲ ਚਾਰ ਗੱਲਾਂ ਹੁੰਦੀਆਂ ਹਨ। ਨੰਬਰ 21, ਅਨਿਤ ਵਿੱਚ ਨਿਤ ਬੁੱਧੀ ਰੱਖਣਾ। ਸੰਸਾਰ ਹੈ ਤਾਂ ਝੂਠਾ, ਇਹਨੂੰ ਸੱਚਾ ਮੰਨੀ ਜਾਣਾ, ਜਾਂ ਸਰੀਰ ਵੀ ਝੂਠਾ, ਇਹ ਸੱਚੇ ਮੰਨਣੇ। ਅਸੀਂ ਸਰੀਰ ਨੂੰ ਮਰਦੇ ਵੇਖਦੇ ਹਾਂ, ਪਰ ਅਸੀਂ ਸਮਝਦੇ ਹਾਂ ਕਿ ਮੈਂ ਨਹੀਂ ਮਰਨਾ। ਪਤਾ ਹੈਗਾ ਵੀ ਦੂਆ ਮਰਿਆ, ਮਰਨਾ ਤਾਂ ਅਸੀਂ ਵੀ ਹੈ। ਇਹ ਮੰਨੀ ਬੈਠਾ ਤੇ ਅਸੀਂ ਨਹੀਂ ਮਰਨਾ। ਬਾਈਵਾਂ, ਅਪਵਿੱਤਰ ਨੂੰ ਪਵਿੱਤਰ ਮੰਨਣਾ। ਇਹ ਸਰੀਰ ਵਿੱਚ ਸਿਰਫ ਥੋਕਿਆ, ਬਲਗਮਿਆਂ, ਪਸੀਨਾ, ਮਾਲਿਆ ਅਤੇ ਪਿਸ਼ਾਬ ਆਦਿਕ ਭਰਿਆ ਹੋਇਆ ਹੈ। ਇਸ ਲਈ ਇਸ ਗੰਦਗੀ ਦੇ ਭਰੇ ਹੋਏ ਸਰੀਰ ਦੀ ਚੜ੍ਹੀ ਸੁੰਦਰਤਾ 'ਤੇ ਜੋ ਮਸਤ ਹੋ ਰਿਹਾ ਹੈ, ਉਹ ਪਰਲੇ ਦਰਜੇ ਦਾ ਮੂਰਖ ਹੈ। ਕੋਈ ਕਹਿੰਦਾ ਹੈ ਮੈਂ ਬਹੁਤ ਸੁੰਦਰ ਹਾਂ, ਕੋਈ ਕਹਿੰਦਾ ਹੈ ਕਿ ਦੇਖਣਾ ਖਿਆਲ ਨਾਲ ਜਰਾ ਮੈਨੂੰ ਹੱਥ ਨਾ ਲਾ ਦਿਓ, ਮੈਂ ਇੱਕ ਪਵਿੱਤਰ ਬ੍ਰਾਹਮਣ ਹਾਂ, ਤੁਸੀਂ ਪਵਿੱਤਰ ਭੰਗੀ ਹੋ ਆਦਿ। ਪਾਪ ਵਿੱਚ ਪੁੰਨ ਬੁੱਧੀ ਅਤੇ ਅਨਰਥ ਵਿੱਚ ਅਰਥ ਬੁੱਧੀ ਵੀ ਵਿਦਿਆ ਹੈ। ਇਹ ਸਰੀਰ ਦੇ ਲਈ ਅਸੀਂ ਸਭ ਪਾਪ ਕਰਦੇ ਹਾਂ, ਜਿਵੇਂ ਤਾਕਤ ਜਾਂ ਸੁਆਦ ਲਈ ਜਾਨਵਰਾਂ ਨੂੰ ਮਾਰਨਾ, ਗਲਤ ਢੰਗ ਨਾਲ ਕਿਸੇ ਹੋਰ ਦੇ ਧਨ 'ਤੇ ਕਬਜ਼ਾ ਕਰਨਾ, ਉਸ ਦਾ ਲਹੂ ਚੂਸ ਕੇ ਆਪਣਾ ਢਿੱਡ ਭਰਨਾ, ਕਿਸੇ ਦਾ ਕਾਰੋਬਾਰ ਤਬਾਹ ਕਰਕੇ
ਆਪਣਾ ਖਜ਼ਾਨਾ ਭਰਨਾ, ਦੂਜਿਆਂ ਦੇ ਮਾਣ ਤਾਣ ਨੂੰ ਮਿੱਟੀ ਵਿੱਚ ਮਿਲਾ ਕੇ ਆਪ ਮਾਣ ਪ੍ਰਾਪਤ ਕਰਨਾ, ਇਹ ਸਭ ਪਾਪ ਹਨ। ਅਤੇ ਅਨਰਥ ਵਿੱਚ ਅਰਥ ਬੁੱਧੀ ਹੈ ਤਾਂ ਅਨਰਥ ਪਾਪ ਉਹਨੂੰ ਠੀਕ ਸਮਝ ਲੈਣਾ। ਬਲੀ ਦੇਣਾ ਕਿ ਫਲਾਣੇ ਦੀ ਜਾਨ ਬਚ ਜਾਏ, ਇਹ ਪਾਪ ਵਿੱਚ ਪੁੰਨ ਬੁੱਧੀ ਹੈ ਅਤੇ ਇਹ ਵੀ ਵਿਦਿਆ ਹੈ। ਕਈ ਹੁਣ ਬਲੀਆਂ ਦਿੰਦੇ ਨਾ, ਹਾਂਜੀ, ਬਲੀ ਦੇ ਕੇ ਵੀ ਸਾਨੂੰ ਸੁੱਖ ਹੋਵੇ, ਤੇ ਪਾਪ ਨਹੀਂ ਹੈ। ਨੰਬਰ 23, ਦੁਖਦਾਈ ਚੀਜ਼ਾਂ ਨੂੰ ਸੁਖਦਾਈ ਸਮਝਣਾ। ਮਨੁੱਖ ਦੁੱਖ ਨੂੰ ਹੀ ਸੁੱਖ ਮੰਨਦਾ ਹੈ। ਜਿਵੇਂ ਵਿਸ਼ੇ ਭੋਗ ਨਾਲ ਜੋ ਮਨ ਅਤੇ ਇੰਦਰੀਆਂ ਦਾ ਨੁਕਸਾਨ ਹੁੰਦਾ ਹੈ, ਇਸ ਨੁਕਸਾਨ ਨੂੰ ਸੁੱਖ ਅਤੇ ਆਨੰਦ ਮੰਨਣਾ ਪਰਲੇ ਦਰਜੇ ਦੀ ਅਗਿਆਨਤਾ ਹੈ। ਇਸ ਨਾਲ ਅਖੀਰ ਪਛਤਾਉਣਾ ਹੀ ਪੈਂਦਾ ਹੈ। ਇਸ ਤਰ੍ਹਾਂ ਵਿਚਾਰ ਮਾਲਾ 'ਚ ਵੀ ਦੱਸਿਆ ਸੀ ਨਾ ਕਿ ਜੇ ਕੋਈ ਕਿਸੇ ਨਾਲ ਨਜਾਇਜ਼ ਸੰਬੰਧ ਕਰਦਾ, ਹਾਂਜੀ, ਔਰ ਫਿਰ 4 ਦੋਸ਼ ਜਿਹੜੇ ਉਹਦੇ ਵਿੱਚ ਦੱਸੇ ਸੀ, ਹਾਂਜੀ, ਅਪਵਿੱਤਰਤਾ ਵੀ ਹੁੰਦੀ ਹੈ, ਹਾਂਜੀ, ਅਤੇ ਆਪਣੇ ਸਰੀਰ ਦੀ ਸ਼ਕਤੀ ਵੀ ਨਸ਼ਟ ਹੁੰਦੀ ਹੈ, ਔਰ ਫਿਰ ਮਨ ਦੇ ਵਿੱਚ ਪਛਤਾਤਾਪ ਵੀ ਹੁੰਦਾ, ਗਲਾਨੀ ਵੀ ਹੁੰਦੀ ਹੈ। ਪਰ ਅਗਿਆਨਤਾ ਦੇ ਵੱਸ ਹੋਇਆ ਭੋਗਦਾ, ਫਿਰ ਏਡ ਆਦਿਕ ਭੈੜੀਆਂ ਬਿਮਾਰੀਆਂ ਵੀ ਲੱਗ ਜਾਂਦੀਆਂ। 24ਵਾਂ, ਜੜ ਨੂੰ ਚੇਤਨ ਮੰਨਣਾ। ਆਤਮਾ ਤੋਂ ਸਿਵਾ ਬਾਕੀ ਸਭ ਪਦਾਰਥ ਜੜ ਹਨ, ਪਰ ਅਸੀਂ ਇਹਨਾਂ ਅਨਾਤਮ ਚੀਜ਼ਾਂ ਨੂੰ ਆਤਮ ਭਾਵ ਚੇਤਨ ਮੰਨ ਬੈਠੇ ਹਾਂ। ਹੈਗੀਆਂ ਤਾਂ ਜੜ ਆ, ਅਨਾਤਮ ਜਿਹੜੀਆਂ ਝੂਠੀਆਂ ਚੀਜ਼ਾਂ ਆਤਮਾ ਤੋਂ ਭਿੰਨ। ਜੜ ਨੂੰ ਪਤਾ ਨਹੀਂ ਹੁੰਦਾ ਕਿ ਮੈਂ ਕੀ ਹਾਂ, ਕਿਸ ਤਰ੍ਹਾਂ ਦੀ ਹਾਂ, ਪਰ ਚੇਤਨ ਨੂੰ ਆਪਣੀ ਹਸਤੀ, ਆਪਣੇ ਆਪ ਦੀ ਹੋਂਦ ਦਾ ਗਿਆਨ ਹੁੰਦਾ ਹੈ। ਨੂੰ ਅਤੇ ਦੂਜਿਆਂ ਦਾ ਵੀ ਗਿਆਨ ਹੁੰਦਾ ਹੈ। ਜੜ ਨੂੰ ਚੇਤਨ ਮੰਨਣ ਵਾਲਾ ਤਾਂ ਪਸ਼ੂਆਂ ਤੋਂ ਵੀ ਬੁਰਾ ਹੈ, ਕਿਉਂਕਿ ਜੋ ਇੱਕ ਬਿੱਲੀ ਦੇ ਮੂਹਰੇ ਮਿੱਟੀ ਦਾ ਪੱਥਰ ਜਾਂ ਚੂਹਾ ਰੱਖ ਦਈਏ ਤਾਂ ਬਿੱਲੀ ਇੱਕ ਨਜ਼ਰ ਵਿੱਚ ਝੱਟ ਪਛਾਣ ਜਾਂਦੀ ਪਈ ਇਹ ਚੂਹਾ ਸਹੀ ਦਾ ਹੈ ਕਿ ਗਲਤ ਹੈ, ਕਿ ਇਹ ਚੂਹਾ ਜਾਨਦਾਰ ਹੈ ਜਾਂ ਮਿੱਟੀ। ਇਹ ਜਾਨਵਰ ਜਾਨਦਾਰ 'ਤੇ ਹਮਲਾ ਕਰਦੇ ਹਨ ਅਤੇ ਮਿੱਟੀ ਜਾਂ ਪੱਥਰ ਦੇ ਖਿਡੌਣਿਆਂ ਤੋਂ ਨਜ਼ਰ ਹਟਾ ਕੇ ਚੱਲਦੇ ਹਨ। ਪਰ ਅਸੀਂ ਮਨੁੱਖ ਹੋ ਕੇ, ਹਾਂਜੀ, ਲੱਖਾਂ ਜੜ ਵਸਤੂ ਨੂੰ ਚੇਤਨ ਮੰਨ ਰਹੇ ਹਾਂ ਅਤੇ ਆਤਮਾ ਨੂੰ ਭੁੱਲ ਕੇ ਉਹਨਾਂ ਜੜ ਚੀਜ਼ਾਂ ਨਾਲ ਪ੍ਰੇਮ ਕਰਦੇ ਹਾਂ ਅਤੇ ਨਾਸ ਹੋ ਜਾਣ ਵਾਲੀਆਂ ਹਨ। ਇਸ ਤਰ੍ਹਾਂ ਆਤਮਾ ਨੂੰ ਭੁੱਲ ਕੇ ਅਸੀਂ ਆਪਣਾ ਜਨਮ ਗਵਾ ਰਹੇ ਹਾਂ ਅਤੇ ਵਿਅਰਥ ਵਿੱਚ ਭਟਕ ਕੇ ਆਪਣੀ ਉਮਰ ਖਤਮ ਕਰ ਰਹੇ ਹਾਂ। ਇਹ 4 ਲੱਤਾਂ ਵਾਲੇ ਇੱਕ ਭੇਡ ਹੈ ਜੋ ਵਿਦਿਆ ਦੇ ਰੂਪ ਵਿੱਚ ਸੰਸਾਰ ਨੂੰ ਚੀਰ ਕੇ ਖਾ ਰਹੀ ਹੈ। ਇਹ 4 ਲੱਤਾਂ ਵਾਲੀ ਕਹਿੰਦੇ ਇੱਕ ਭੇਡ ਆ ਵਿਦਿਆ ਜਿਹੜੀ ਇਹ ਖਾ ਰਹੀ ਹੈ। ਹੁਣ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਕਾਗਜ਼ਾਂ ਦੇ ਫੁੱਲ ਲਿਆ ਕੇ ਰੱਖ ਦੇਣਗੇ, ਬਨੋਟੀ ਚੀਜ਼ਾਂ ਰੱਖ ਕੇ ਆਪਾਂ ਸ਼ਿੰਗਾਰਨਾ ਚਾਹੁੰਦੇ ਹਾਂ, ਅਤੇ ਜਾਂ ਬਨੋਟੀ ਹੋਰ ਬਹੁਤ ਕੁਛ ਕਰਦੇ ਹਾਂ। ਜੜ ਚੀਜ਼ਾਂ, ਕਲੇਸ਼ਾਂ ਦੀਆਂ ਬਿਰਤੀਆਂ ਸੰਸਕਾਰਾਂ ਦਾ ਨਾਸ਼ ਕਰਨਾ। ਕਲੇਸ਼ਾਂ ਦਾ ਤਾਂ ਯੋਗ ਦੁਆਰਾ ਨਾਸ਼ ਕੀਤਾ ਜਾਂਦਾ ਹੈ, ਪਰ ਇਹਨਾਂ ਕਲੇਸ਼ਾਂ ਦੇ ਜੋ ਸੂਖਮ ਬੀਜ ਬਿਰਤੀਆਂ ਜਾਂ ਸੰਸਕਾਰ ਹਨ, ਉਹਨਾਂ ਨੂੰ ਧਿਆਨ ਜਾਂ ਸਮਾਧੀ ਦੁਆਰਾ ਖਤਮ ਕੀਤਾ ਜਾਂਦਾ ਹੈ। ਕਲੇਸ਼ਾਂ ਦਾ ਸਥੂਲ ਜਾਂ ਬਾਹਰੀ ਰੂਪ ਭਾਵ ਅਵਿਦਿਆ, ਰਾਗ ਦਵੇਸ਼ ਆਦਿ ਨੂੰ ਜਲਦੀ ਅਤੇ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ, ਪਰ ਇਹਨਾਂ ਦੇ ਸੂਖਮ ਰੂਪ ਭਾਵ ਸੰਸਕਾਰਾਂ ਨੂੰ, ਜਿਨ੍ਹਾਂ ਤੋਂ ਅਗਿਆਨਤਾ ਆਦਿ ਕਲੇਸ਼ ਪੈਦਾ ਹੁੰਦੇ ਹਨ, ਨੂੰ ਨਸ਼ਟ ਕਰਨਾ ਬਹੁਤ ਮੁਸ਼ਕਲ ਹੈ। ਭਾਵ ਅੰਦਰਲੀ ਸੱਤਾ, ਹਾਂਜੀ, ਅਤੇ ਸੱਤਿਆ ਕਹਿੰਦੇ ਸੀਤਾ, ਅੰਦਰ ਨੂੰ ਜਿਹੜਾ ਅੰਦਰ ਦੀ ਸੱਤਾ ਨੂੰ ਸਾਫ਼ ਕਰਨ ਲਈ ਵਧੇਰੇ ਮਿਹਨਤ ਕਰਨੀ ਪੈਂਦੀ ਹੈ। ਜਿਵੇਂ ਇੱਕ ਚੋਰ ਹੈ ਅਤੇ ਉਸ ਕੋਲ ਚੋਰੀ ਕਰਨ ਦਾ ਸਭ ਸਮਾਨ ਮੌਜੂਦ ਹੈ। ਜੇਕਰ ਅਸੀਂ ਉਸ ਦੀ ਚੋਰੀ ਛਡਾਉਣੀ ਚਾਹੁੰਦੇ ਹਾਂ, ਉਸ ਦਾ ਚੋਰੀ ਕਰਨ ਦਾ ਸਾਰਾ ਸਮਾਨ ਖੋਹ ਲਵੇ, ਬਿਨਾਂ ਸਾਧਨ ਤੋਂ ਚੋਰੀ ਨਹੀਂ ਕਰੇਗਾ, ਕਿਉਂਕਿ ਉਹ ਚੋਰੀ ਨਾ ਕਰਨ ਲਈ ਮਜਬੂਰ ਹੈ। ਪਰ ਇਸ ਤਰ੍ਹਾਂ ਉਹਦੇ ਚੋਰੀ ਕਰਨ ਦੇ ਵਿਚਾਰ ਮਨ 'ਚੋਂ ਦੂਰ ਨਹੀਂ ਹੋਏ।
ਜਦੋਂ ਸਮਾਨ ਮਿਲ ਜੂਗਾ ਫੇਰ ਕਰੂਗਾ। ਜੇ ਉਸ ਨੂੰ ਉਹੀ ਸਮਾਨ ਮਿਲ ਜਾਵੇ ਅਤੇ ਮੌਕਾ ਵੀ ਦਿੱਤਾ ਜਾਵੇ ਤਾਂ ਉਹ ਨਿਸ਼ਚਿਤ ਰੂਪ ਵਿੱਚ ਚੋਰੀ ਕਰਨ ਲੱਗ ਪਵੇਗਾ। ਇਸ ਲਈ ਪਾਪਾਂ ਤੋਂ ਛੁਟਕਾਰਾ ਪਾਉਣ ਦਾ ਇਹੀ ਤਰੀਕਾ ਠੀਕ ਨਹੀਂ, ਕਿਉਂਕਿ ਇਸ ਨਾਲ ਪਾਪ ਦੀ ਜੜ ਨਹੀਂ ਵੱਢ ਹੁੰਦੀ ਅਤੇ ਇਹ ਪਾਪ ਤੋਂ ਬਿਲਕੁਲ ਮੁਕਤ ਨਹੀਂ ਹੁੰਦਾ। ਪਾਪ ਤੋਂ ਮੁਕਤ ਹੋਣਾ ਤਾਂ ਐਸਾ ਹੈ ਕਿ ਪਾਪ ਕਰਨ ਦੀ ਹਰ ਚੀਜ਼ ਮੌਜੂਦ ਹੋਵੇ, ਪਰ ਫਿਰ ਵੀ ਮਨੁੱਖ ਪਾਪ ਕਰਮ ਨਾ ਕਰੇ। ਇਸ ਲਈ ਪਾਪ ਤੋਂ ਛੁਟਕਾਰਾ ਪਾਉਣ ਦਾ ਢੰਗ ਇਹ ਹੈ ਕਿ ਉਸ ਦੇ ਦਿਲ ਵਿੱਚੋਂ ਪਾਪ ਦੇ ਵਿਚਾਰ ਨੂੰ ਹੀ ਕੱਢ ਦਿੱਤਾ ਜਾਵੇ। ਯੋਗ ਨਾਲ ਤਾਂ ਕਲੇਸ਼ ਸਿਰਫ ਇੰਨੇ ਕੁ ਛੁੱਟਦੇ ਹਨ, ਜਿਵੇਂ ਚੋਰ ਦਾ ਸਮਾਨ ਖੋਹ ਕੇ ਅਤੇ ਉਹਦੀ ਰਾਖੀ ਕਰਦੇ ਹੋਏ ਉਸ ਨੂੰ ਕੋਈ ਮੌਕਾ ਨਾ ਦੇਣ ਨਾਲ ਚੋਰੀ ਜਾਂ ਬਦਮਾਸ਼ੀ ਤੋਂ ਛੁੱਟਣਾ। ਪਰ ਪਾਪ ਕਰਮ ਹੱਥਾਂ ਜਾਂ ਅੱਖਾਂ ਤੋਂ ਛੁਡਾਉਣ ਦੀ ਬਜਾਏ ਮਨ ਤੋਂ ਉਸ ਪਾਪ ਦਾ ਵਿਚਾਰ ਛੁਡਾਉਣਾ ਕਿਤੇ ਜ਼ਿਆਦਾ ਔਖਾ ਹੈ ਅਤੇ ਬਹੁਤ ਮਿਹਨਤ ਮੰਗਦਾ ਹੈ। ਪਰ ਪਾਪ ਦੀ ਜੜ ਵੱਢਣ ਲਈ ਮਨ ਤੋਂ ਪਾਪ ਦਾ ਵਿਚਾਰ ਨਿਕਲ ਜਾਣਾ ਬਹੁਤ ਜ਼ਰੂਰੀ ਹੈ। ਮਨ ਦਾ ਪਾਪ ਤਾਂ ਧਿਆਨ ਜਾਂ ਸਮਾਧੀ ਦੀ ਤਲਵਾਰ ਨਾਲ ਹੀ ਵੱਢਿਆ ਜਾ ਸਕਦਾ ਹੈ। ਬੁਰਾਈ ਤੋਂ ਬਚਣ ਲਈ ਬੁਰਿਆਂ ਦੀ ਸੰਗਤ ਤੋਂ ਦੂਰ ਰਹਿਣਾ ਹੀ ਬੁਰਾਈ ਤੋਂ ਬਚਣ ਦਾ ਮੂਲ ਮੰਤਰ ਹੈ। ਇਸੇ ਲਈ ਤਾਂ ਭਗਵਾਨ ਨੇ ਸ਼੍ਰੀ ਗੀਤਾ ਵਿੱਚ ਕਿਹਾ ਹੈ ਕਿ ਜਿਹੜੇ ਮਨੁੱਖ ਇੰਦਰੀਆਂ ਤੋਂ ਪਾਪ ਨੂੰ ਛੱਡ ਕੇ ਮਨ ਤੋਂ ਪਾਪ ਕਰਦੇ ਰਹਿੰਦੇ ਹਨ, ਭਾਵ ਜੋ ਮਨ ਤੋਂ ਪਾਪ ਦਾ ਵਿਚਾਰ ਨਹੀਂ ਛੱਡਦੇ, ਉਹ ਪਹਿਲੇ ਦਰਜੇ ਦੇ ਝੂਠੇ ਅਤੇ ਮਕਾਰ ਹਨ। ਉਹ ਤਾਂ ਵੀ ਬੰਦੇ ਠਗਾਂ ਵਾਲੀ ਗੱਲ ਹੀ ਹੈ। ਧਿਆਨ ਉਸ ਗਿਆਨ ਦਾ ਨਾਮ ਹੈ ਜੋ ਸਮਾਧੀ ਅਵਸਥਾ ਵਿੱਚ ਹੁੰਦਾ ਹੈ। ਇਸ ਨਾਲ ਮਨ ਬਿਲਕੁਲ ਸਾਫ਼ ਹੋ ਜਾਂਦਾ ਹੈ। ਸਮਾਧੀ ਦੀ ਭੂਮੀ ਇੰਨੀ ਰੋਸ਼ਨ ਹੈ ਕਿ ਮਨ ਦਾ ਅੰਧੇਰਾ ਤੁਰੰਤ ਦੂਰ ਹੋ ਜਾਂਦਾ ਹੈ, ਜਿਵੇਂ ਸੂਰਜ ਦੇ ਸਾਹਮਣੇ ਧਰਤੀ ਦਾ ਹਨੇਰਾ। ਇਸ ਲਈ ਸਮਾਧੀ ਨਾਲ ਹੀ ਕਲੇਸ਼ਾਂ ਦੇ ਸੰਸਕਾਰਾਂ ਦਾ ਨਾਸ ਹੋ ਸਕਦਾ ਹੈ। ਜੋ ਕਰਮਾਂ ਦਾ ਬੀਜ ਹੈ, ਜੈਸੇ ਸੰਸਕਾਰ ਉਹੋ ਜਿਹਾ ਕਰਮ, ਅਤੇ ਜੈਸਾ ਕਰਮ ਵੈਸਾ ਜਨਮ। ਕਰਮਾਂ ਦੇ ਅਨੁਸਾਰ ਹੀ ਜੂਨੀ, ਉਮਰ ਅਤੇ ਭੋਗ ਮਿਲਦੇ ਹਨ। ਇਸ ਲਈ ਸਾਨੂੰ ਕੋਈ ਐਸਾ ਉਪਾਅ ਕਰਨਾ ਚਾਹੀਦਾ ਹੈ ਕਿ ਜਿਸ ਨਾਲ ਅੱਗੇ ਦੁੱਖ ਨਾ ਹੋਵੇ। ਇਸ ਦੇ ਲਈ ਸਾਨੂੰ 4 ਚੀਜ਼ਾਂ ਦਾ ਗਿਆਨ ਹੋਣਾ ਚਾਹੀਦਾ ਹੈ। ਨੰਬਰ 1 ਬਿਮਾਰੀ, ਨੰਬਰ 2 ਬਿਮਾਰੀ ਦਾ ਕਾਰਨ, ਨੰਬਰ 3 ਦਵਾਈ, ਹਾਂਜੀ, ਤੇ ਇਲਾਜ। ਚੌਥਾ ਤੰਦਰੁਸਤੀ ਭਾਵ ਬਿਮਾਰੀ ਤੋਂ ਛੁਟਕਾਰਾ ਪਾਉਣਾ। ਜਿਸ ਤਰ੍ਹਾਂ ਇਹਨਾਂ 4 ਦੇ ਗਿਆਨ ਤੋਂ ਬਿਨਾਂ ਤੰਦਰੁਸਤੀ ਪ੍ਰਾਪਤ ਕਰਨੀ ਮੁਸ਼ਕਲ ਹੈ, ਇਸੇ ਤਰ੍ਹਾਂ ਆਤਮਿਕ ਸਿਹਤ ਜਾਂ ਅਰੋਗਤਾ ਪ੍ਰਾਪਤ ਕਰਨ ਲਈ ਇਹਨਾਂ 4 ਚੀਜ਼ਾਂ ਦਾ ਗਿਆਨ ਹੋਣਾ ਲਾਜ਼ਮੀ ਹੈ। ਨੰਬਰ 1 ਦੁੱਖ, ਦੂਜਾ ਦੁੱਖ ਦਾ ਕਾਰਨ, ਤੀਜਾ ਮੁਕਤੀ ਦਾ ਸਾਧਨ ਭਾਵ ਮੁਕਤੀ ਕਿਵੇਂ ਪ੍ਰਾਪਤ ਹੋਵੇ, ਚੌਥਾ ਮੁਕਤੀ ਜਾਂ ਦੁੱਖਾਂ ਤੋਂ ਮੁਕਤ ਹੋਣਾ। ਜਿਵੇਂ ਵਿਦਿਆ ਰੋਗ ਹੈ, ਕਾਰਨ ਸੰਸਕਾਰ ਹੈ, ਦਵਾਈ ਧਿਆਨ ਜਾਂ ਸਮਾਧੀ, ਅਤੇ ਇਸ ਦਾ ਫਲ ਬਿਮਾਰੀ ਤੋਂ ਛੁਟਕਾਰਾ ਹੈ। ਇਸ ਲਈ ਸੰਸਕਾਰਾਂ ਤੋਂ ਛੁਟਕਾਰਾ ਪਾਉਣ ਦਾ ਇੱਕ ਮਾਤਰ ਸਾਧਨ ਧਿਆਨ ਜਾਂ ਸਮਾਧੀ ਹੈ। ਯੋਗ ਦੇ ਰਾਹ ਵਿੱਚ ਰੁਕਾਵਟਾਂ ਜਾਂ ਵਿਘਨ। ਯੋਗ ਸਾਧਨ ਵਿੱਚ ਲੱਗੇ ਹੋਏ ਸਾਧਕ ਜਾਂ ਅਭਿਆਸੀ ਦੇ ਰਾਹ ਵਿੱਚ 9 ਤਰ੍ਹਾਂ ਦੇ ਵਿਘਨ ਹੁੰਦੇ ਹਨ। ਇਹ ਸਾਧਕ ਦੇ ਚਿੱਤ ਵਿੱਚ ਬਖੇਪ ਪੈਦਾ ਕਰਕੇ, ਚੰਚਲਤਾ ਪੈਦਾ ਕਰਕੇ ਉਸ ਨੂੰ ਯੋਗ ਮਾਰਗ ਤੋਂ ਪਰੇ ਹਟਾ ਦਿੰਦੇ ਹਨ। ਜਿਵੇਂ ਕਿਸੇ ਮੁਸਾਫਰ ਦੇ ਰਸਤੇ ਵਿੱਚ ਜੰਗਲ, ਪਹਾੜ, ਨਦੀ ਜਾਂ ਦਲਦਲ ਆਦਿ ਆ ਜਾਵੇ, ਜਿਸ ਨੂੰ ਪਾਰ ਕਰਕੇ ਮੰਜ਼ਿਲ ਤੱਕ ਪਹੁੰਚਣਾ ਬਹੁਤ ਹੀ ਮੁਸ਼ਕਲ ਹੈ। ਇਸ ਤਰ੍ਹਾਂ ਰੂਹਾਨੀ ਯਾਤਰੀ ਦੇ ਰਾਹ ਵਿੱਚ 9 ਵਿਘਨ ਹਨ। ਜਦੋਂ ਤੱਕ ਇਹ 9 ਦੁਸ਼ਮਣ ਜਿੱਤੇ ਨਹੀਂ ਜਾਂਦੇ, ਅਭਿਆਸੀ ਦਾ ਯੋਗ ਖਤਰੇ ਵਿੱਚ ਹੈ। ਉਪਾਸ਼ਕ ਦਾ ਯੋਗ ਇਹਨਾਂ ਦੁਸ਼ਟ ਰਾਖਸ਼ਾਂ ਦੇ ਹੁੰਦੇ ਹੋਏ ਜ਼ਰੂਰ ਭ੍ਰਿਸ਼ਟ ਹੋ ਜਾਵੇਗਾ। ਇਹਨਾਂ ਵਿਘਨਾਂ ਦਾ ਸਥਾਨ ਮਨ ਅਤੇ ਸਰੀਰ ਹੈ, ਪਰ ਇਹ ਜਿੱਥੇ ਵੀ ਹੋਣ, ਇਹਨਾਂ ਦਾ ਮਨ 'ਤੇ ਅਸਰ ਪੈਂਦਾ ਹੈ ਅਤੇ ਮਨ 'ਤੇ ਹਮਲਾ ਕਰਕੇ ਉਸ ਨੂੰ ਐਸਾ ਕਮਜ਼ੋਰ ਕਰ ਦਿੰਦੇ ਹਨ ਕਿ ਉਹ ਡਰ ਕੇ ਆਪਣਾ ਇਰਾਦਾ ਨਿਸ਼ਚਾ ਹੀ ਛੱਡ ਦਿੰਦਾ ਹੈ। ਜਿਹਦਾ ਮਨ ਦੱਬਿਆ ਗਿਆ, ਉਹਦਾ ਸ਼ੁਭ ਸਭ ਕੁਝ ਲੁੱਟਿਆ ਗਿਆ ਅਤੇ ਉਹ ਬੇਸਹਾਰਾ ਹੋ ਗਿਆ। ਸਾਡੇ ਮਨ ਵਿੱਚ ਜਿਨ੍ਹਾਂ ਵਿਘਨਾਂ ਨੇ ਡੇਰਾ ਲਾਇਆ ਹੋਇਆ ਹੈ, ਉਹ ਆਪਾਂ ਇੱਥੇ ਦੱਸੇ ਆ, ਉਹਨਾਂ ਦੀ ਵਿਚਾਰ ਕਰਦੇ ਹਾਂ। ਨੰਬਰ 1 ਵਿਆਧੀ। ਸਰੀਰ ਜਾਂ ਮਨ ਦੇ ਰੋਗਾਂ ਨੂੰ ਵਿਆਧੀ ਕਹਿੰਦੇ ਹਨ। ਹਰ ਕਿਸਮ ਦੀ ਸਰੀਰਕ ਬਿਮਾਰੀ ਇੱਕ ਸਰੀਰਕ ਵਿਆਧੀ ਹੈ। ਕਿਸੇ ਦੀ ਚੁਗਲੀ, ਕਿਸੇ
ਦੀ ਪ੍ਰਸ਼ੰਸਾ, ਈਰਖਾ ਜਾਂ ਕਿਸੇ ਨਾਲ ਨਫ਼ਰਤ ਆਦਿ ਇਹ ਮਾਨਸਿਕ ਰੋਗ ਹਨ। ਇਹਨਾਂ ਦੋਵਾਂ ਨਾਲ ਮਨ ਅਤੇ ਸਰੀਰ ਕਮਜ਼ੋਰ ਹੋ ਜਾਂਦੇ ਹਨ ਅਤੇ ਉਹ ਉਪਾਸ਼ਨਾ ਦਾ ਭਾਰ ਨਹੀਂ ਸਹਿ ਸਕਦੇ। ਸੰਸਾਰ ਸਮੁੰਦਰ ਪਾਰ ਹੋਣ ਲਈ ਸਰੀਰ ਹੀ ਕਿਸ਼ਤੀ ਹੈ। ਜਿਵੇਂ ਕਿਸ਼ਤੀ ਬਿਨਾਂ ਨਦੀ ਤੋਂ ਪਾਰ ਨਹੀਂ ਨਾ ਹੁੰਦਾ, ਸੰਸਾਰ ਸਾਗਰ ਨੂੰ ਤਰਨ ਲਈ ਵੀ ਕਿਸ਼ਤੀ ਦੀ ਨਿਆਈ ਹੈ। ਇਸ ਨੂੰ ਤੰਦਰੁਸਤ ਰੱਖਿਆ ਜਾਣਾ ਚਾਹੀਦਾ ਹੈ, ਕਿਉਂਕਿ ਜਿਹਦਾ ਸਰੀਰ ਤੰਦਰੁਸਤ ਨਹੀਂ ਉਹ ਜੋਗੀ ਨਹੀਂ ਹੋ ਸਕਦਾ। ਉਹ ਤੜਕੇ ਵੀ ਨਹੀਂ ਉੱਠ ਸਕਦਾ, ਨਹਾ ਵੀ ਨਹੀਂ ਸਕਦਾ, ਭਜਨ ਵੀ ਨਹੀਂ ਕਰ ਸਕਦਾ ਅਤੇ ਬੈਠ ਵੀ ਨਹੀਂ ਸਕਦਾ। ਹਾਂਜੀ। ਨੰਬਰ 2, ਸਤਿਆਨ। ਇਹਦਾ ਅਰਥ ਮਨ ਦਾ ਆਰਾਮ ਪ੍ਰਸਤ ਹੋਣਾ ਅਤੇ ਕੰਨ ਤੋਂ ਜੀ ਚਰਾਉਣਾ ਸਤਿਆਨ ਹੈ। ਹਾਂਜੀ। ਆਪਣੇ ਭਜਨ ਕਰਨ ਤੋਂ ਮਨ ਚਰਾਉਂਦੇ ਰਹਿਣਾ, ਬਹਾਨਾ ਵੀ ਕੋਈ ਮਿਲੇ ਸੌਵਾਂ, ਆਰਾਮ ਕਰਾਂ। ਇਸ ਰੋਗ ਦਾ ਹਾਂਜੀ ਇਸ ਰੋਗ ਦਾ ਜਿਹੜਾ ਰੋਗੀ ਕਹਿੰਦਾ ਹੈ ਕਿ ਯੋਗ ਵਿੱਚ ਕੀ ਰੱਖਿਆ ਛੱਡੋ ਜੀ, ਐਵੇਂ ਉੱਥੇ ਫੜੀ ਫਾਟ ਕਰੀ ਚਲੋ। ਅਭਿਆਸ ਕੌਣ ਕਰੇ? ਆਪਣੇ ਆਰਾਮ ਨਾਲ ਰਹੋ, ਖਾਓ ਪੀਓ, ਮੌਜ ਉਡਾਓ। ਕੱਲ੍ਹ ਕੀ ਰਾਮ ਜਾਣੇ। ਹਾਂਜੀ। ਵੀ ਕੱਲ੍ਹ ਨੂੰ ਕੀ ਹੋਣਾ। ਹਾਂਜੀ। ਕਿ ਨਿੱਤ ਉਹ ਇਸ ਤਰ੍ਹਾਂ ਲੱਗੇ ਰਹਿੰਦੇ। ਔਰ ਅਕਰਮਨਤਾ ਭਾਵ ਸਾਧਨ ਨਾ ਕਰਨ ਦਾ ਸੁਭਾਅ ਸਤਿਆਨ ਹੈ। ਜਿਹੜਾ ਕੋਈ ਕਰਮ ਨਹੀਂ ਕਰਨਾ, ਐਵੇਂ ਦਲਿਦਰੀ ਹੋ ਕੇ ਬੈਠੇ ਰਹਿਣਾ, ਪਰ ਇਹ ਦ੍ਰਿੜ ਮਨ ਤਕੜਾ ਹੋ ਜਾਂਦਾ ਹੈ ਅਤੇ ਸਾਧਨ ਵਿੱਚ ਲੱਗ ਜਾਂਦਾ ਹੈ। ਹਾਂਜੀ। ਅਤੇ ਜੇ ਮਨ ਤਗੜਾ ਹੋ ਜਾਏ ਫਿਰ ਸਾਧਨ ਕਰੂਗਾ। ਤੀਜਾ, ਸੰਸਾ। ਇਹ ਮਨ ਦੀ ਅਵਸਥਾ ਹੈ ਜਦੋਂ ਇਹ ਫੈਸਲਾ ਨਾ ਕਰ ਸਕੇ ਸੱਚ ਕੀ ਹੈ, ਝੂਠ ਕੀ ਹੈ, ਕਿਸੇ ਇੱਕ ਨਤੀਜੇ 'ਤੇ ਨਾ ਪਹੁੰਚਣਾ ਅਤੇ ਦੁਚਿੱਤੀ 'ਚ ਪੈ ਰਹਿਣਾ ਸ਼ੰਕਾ ਹੈ। ਅਤੇ ਸਾਧਕ ਨੂੰ ਸ਼ੱਕ ਰਹਿੰਦਾ ਹੈ ਕਿ ਉਸ ਨੂੰ ਪਰਮਾਤਮਾ ਪ੍ਰਾਪਤੀ ਹੋਵੇਗੀ ਜਾਂ ਨਹੀਂ, ਪਰ ਮੇਰਾ ਰੋਗ ਠੀਕ ਹੈ ਜਾਂ ਨਹੀਂ। ਜਿਸ ਨੂੰ ਆਪਣੀ ਯੋਗਤਾ 'ਤੇ ਸ਼ੱਕ ਹੋ ਜਾਂਦਾ ਹੈ ਉਹ ਡਗਮਗਾ ਜਾਂਦਾ ਬਿਲ। ਹਾਂਜੀ। ਉਹ ਟਿਕਾਣੇ ਨਹੀਂ ਨਾ ਰਹਿੰਦਾ, ਉਹਦੀ ਸ਼ਰਧਾ ਘਟ ਜਾਂਦੀ ਹੈ ਅਤੇ ਉੱਥੇ ਹੀ ਰਹਿੰਦਾ ਹੈ। ਆਪਣੀ ਸ਼ਕਤੀ ਜਾਂ ਯੋਗ ਦੇ ਫਲ ਬਾਰੇ ਸ਼ੱਕੀ ਹੋਣਾ ਸੰਸਾ ਹੈ। ਸਵਾਮੀ ਰਾਮ ਤੀਰਥੀ ਨੇ ਵੀ ਕਿਹਾ ਹੈ, ਬੈਟਰ ਹੈ ਵੇ ਬੁਲਟ ਹਾਂਜੀ ਇਨ ਦੀ ਹਰਟ ਦੈਨ ਏ ਐਂਡ ਡਾਊਟ ਦੇਅਰ। ਕਿਉਂ ਭਾਵ ਇਹ ਹੈ ਕਿ ਦਿਲ ਵਿੱਚ ਸ਼ੱਕ ਹੋਣ ਨਾਲੋਂ ਦਿਲ ਵਿੱਚ ਗੋਲੀ ਖਾ ਲੈਣੀ ਚੰਗੀ ਹੈ। ਭਗਵਾਨ ਕ੍ਰਿਸ਼ਨ ਨੇ ਗੀਤਾ 'ਚ ਕਿਹਾ ਹੈ, ਸੰਸਾ ਆਤਮਾ ਵਾਲੇ ਦਾ ਨਾਸ ਹੋ ਜਾਂਦਾ ਹੈ। ਹਾਂਜੀ। ਸੰਸਾ ਆਤਮਾ ਬਨਾਸ਼ਯਤੀ, ਕਿਉਂਕਿ ਜਿਹਦੇ ਮਨ 'ਚ ਸੰਸਾ ਉਹ ਨਾਸ ਹੋ ਜਾਂਦਾ ਹੈ। ਚੌਥਾ, ਪ੍ਰਮਾਦ। ਜਦੋਂ ਸਾਧਕ ਥੋੜ੍ਹੀ ਜਿਹੀ ਸਫਲਤਾ ਦੇ ਕੇ ਅੱਗੇ ਹੋਰ ਸਾਧਨ ਲਈ ਆਲਸ ਕਰਦਾ ਹੈ, ਪ੍ਰਮਾਦ ਕਹਿ ਦਿਓ, ਆਲਸ ਕਹਿ ਦਿਓ, ਤਾਂ ਇਸ ਨੂੰ ਪ੍ਰਮਾਦ ਕਿਹਾ ਜਾਂਦਾ, ਗਫਲਤ ਕਹਿ ਦਿਓ। ਜਦੋਂ ਦੇਖਿਆ ਕਿ ਜਿੱਥੇ ਪਹੁੰਚਣਾ ਸਥਾਨ ਲਾਗੇ ਆ ਗਿਆ, ਇਸ ਲਈ ਹੁਣ ਇੰਨੇ ਜ਼ੋਰ ਨਾਲ ਚੱਲਣ ਦੀ ਕੀ ਲੋੜ ਆ, ਥੱਕ ਗਏ, ਆਓ ਥੋੜ੍ਹਾ ਜਿਹਾ ਆਰਾਮ ਕਰ ਲਈਏ, ਪਹੁੰਚ ਗਏ ਹਾਂ। ਜਿਹੜਾ ਦੂਰ ਹੈ ਸਾਹਮਣੇ ਦਿਖਾਈ ਦੇ ਰਿਹਾ, ਚਲੋ ਕੁਝ ਹੋਰ ਦੂਰ ਲੰਮੇ ਪੈ ਜਾਈਏ। ਇਸ ਲਈ ਉਹ ਸੌ ਜਾਂਦਾ ਹੈ ਅਤੇ ਮੰਜ਼ਿਲ ਤੋਂ ਪਰੇ ਹੀ ਪਿਆ ਰਹਿੰਦਾ ਹੈ। ਜਿਹਨੂੰ ਪ੍ਰਮਾਦ ਦਾ ਦੌਰਾ ਪੈਂਦਾ ਹੈ ਉਹ ਸਮਾਧੀ ਪਹੁੰਚਣ ਤੋਂ ਪਹਿਲਾਂ ਹੀ ਲੱਤਾਂ ਪਸਾਰ ਦਿੰਦਾ ਹੈ। ਉਹ ਜਿਵੇਂ ਉਹ ਸ਼ਹਿਦ ਦੀ ਅਤੇ ਆਪਣੇ ਕਛੂ ਦੀ ਹੈ ਨਾ ਕਹਾਣੀ, ਅਤੇ ਉਹ ਛੇਹਾ ਦੌੜਾ ਜਾਂਦਾ ਸੀ, ਕਛੂ ਹੌਲੀ ਹੌਲੀ ਤੁਰਿਆ ਜਾਂਦਾ ਸੀ। ਛੇਹਾ ਨੇ ਕਿਹਾ ਲੈ ਵੀ ਮੈਂ ਤਾਂ ਪਹੁੰਚ ਹੀ ਜਾਣਾ। ਛੇਹਾ ਰੈਸਟ ਕਰਨ ਲੱਗ ਪਿਆ ਅਤੇ ਕਛੂ ਪਹੁੰਚ ਗਿਆ, ਉਹ ਹੌਲੀ ਹੌਲੀ ਤੁਰਿਆ ਹੀ ਰਿਹਾ। ਹਾਂਜੀ। ਇਸੇ ਤਰ੍ਹਾਂ ਹੀ ਹੈ ਕਿ ਜਿਹੜਾ ਫੇਲ ਹੈ ਵੀ ਚਲੇ ਜਾਣਾ, ਹੁਣ ਤਾਂ ਨੇੜੇ ਹੀ ਆ ਕੰਮ। ਕਈ ਏਅਰਪੋਰਟ 'ਤੇ ਜਾਂਦੇ ਆ, ਚਲੋ ਥੋੜ੍ਹਾ ਜਿਹਾ ਸੌ ਲਈਏ। ਉਹ ਜਿਹੜੇ ਨੀਂਦ ਆ ਗਈ, ਟਾਈਮ ਨਿਕਲ ਗਿਆ, ਜਹਾਜ਼ ਨੇ ਥੋੜ੍ਹੀ ਉਡੀਕਣਾ ਸੀ, ਕਈ ਹੈ ਮਿਸ ਕਰ ਜਾਂਦੇ। ਇਸੇ ਤਰ੍ਹਾਂ ਪਰਮਾਰ ਦੇ ਰਸਤੇ 'ਚ ਹੈ, ਉਹ ਸਮਾਧੀ ਤੱਕ ਪਹੁੰਚਣ ਤੋਂ ਪਹਿਲਾਂ ਹੀ ਲੱਤਾਂ ਪਸਾਰ ਦਿੰਦਾ ਹੈ। ਧਾਰਨਾ ਅਤੇ ਧਿਆਨ ਨੂੰ ਅਜੀਬ ਦ੍ਰਿਸ਼ ਦੇਖ ਕੇ ਹੀ ਸਬਰ ਕਰ ਲੈਂਦਾ ਹੈ ਕਿ ਹੁਣ ਤਾਂ ਸਮਾਧੀ ਵੀ ਆਈ ਹੀ ਜਾਣੋ, ਪਰ ਆਲਸ ਸਵਾਰ ਹੋ ਗਿਆ। ਇਸ ਲਈ ਅਭਿਆਸੀ ਉਹ ਦੇਸ਼ ਦੀ ਪ੍ਰਾਪਤੀ ਤੱਕ ਹਾਂਜੀ ਸ਼ੌਂਕ ਦੀ ਅੱਗ ਨੂੰ ਬੁਝਣ ਨਾ ਦੇਵੇ, ਮਤਲਬ ਤੁਰਿਆ ਰਹੇ, ਆਲਸ ਨਾ ਕਰੇ। ਇਹ ਉਹਦਾ ਸੁਭਾਗ ਹੋਵੇਗਾ ਅਤੇ ਉਹ ਮੰਜ਼ਿਲ 'ਤੇ ਪਹੁੰਚ ਜਾਏਗਾ। ਪਰ ਹੁਣ ਅੱਜ ਇਹ ਗੱਲਾਂ ਸਾਡੇ ਸਿੱਖਾਂ ਤੋਂ ਬੜੀ ਦੂਰ ਚਲੇ ਗਈਆਂ ਨਾ, ਅਭਿਆਸ ਵਾਲੀ ਤਾਂ ਗੱਲ ਹੀ ਨਹੀਂ ਰਹਿ ਗਈ। ਹਾਂਜੀ। ਇਹ ਤਾਂ ਹੁਣ ਜਿਹਨੇ ਅਭਿਆਸ ਕਰਨਾ ਉਹਦੇ ਵਾਸਤੇ ਹੀ ਹੈ ਨਾ, ਅਤੇ ਜਿਹਨਾਂ ਨੂੰ ਸ਼ੌਕ ਹੈ, ਪਿਆਰ ਹੈ। ਪੰਜਵਾਂ, ਆਲਸ। ਮਨ ਅਤੇ ਸਰੀਰ ਦਾ ਤਮੋ ਗੁਣ ਨਾਲ ਦੱਬਿਆ ਜਾਣਾ ਆਲਸ ਹੈ। ਜਿਨ੍ਹਾਂ ਦਾ ਆਹਾਰ ਚੰਗਾ ਨਹੀਂ ਹੁੰਦਾ ਉਹਦਾ ਸਰੀਰ ਵੀ ਬਲਵਾਨ ਅਤੇ ਅਰੋਗ ਨਹੀਂ ਰਹਿ ਸਕਦਾ। ਅਵਲਾ ਸਵਲਾ ਖਾਈ ਜਾਣਾ, ਦਿਲ ਵੀ ਮੁਰਦਾ ਹੋ ਜਾਂਦਾ ਹੈ। ਹੱਥ ਪੈਰ ਧਰੇ ਬੈਠੇ ਰਹਿਣਾ ਉਹਦੇ ਜੀਵਨ ਦਾ ਆਦੇਸ਼ ਹੋ ਜਾਂਦਾ ਹੈ। ਉਸ ਦੀ ਅਫੀਮੀ ਵਰਗੀ ਹਾਲਤ ਹੁੰਦੀ ਹੈ।
ਉਹ ਕੇਵਲ ਗੱਲਾਂ ਹੀ ਬਣਾਉਣਾ ਜਾਣਦਾ ਹੈ, ਕੰਮ ਕਰਨਾ ਨਹੀਂ। ਆਲਸੀ ਮਨੁੱਖ ਤਾਂ ਊਠ ਵਾਂਗੂ ਬਿਨਾਂ ਆਦੇਸ਼ ਘੁੰਮਦਾ। ਹਾਂਜੀ, ਕੋਈ ਮੁਰ ਨਿਸ਼ਾਨਾ ਤਾਂ ਹੁੰਦਾ ਹੀ ਨਹੀਂ। ਹਾਂਜੀ, ਅਖੀਰ ਤਮੋ ਗੁਣ ਦੀ ਬਹੁਲਤਾ ਨਾਲ ਚਿੱਤ ਅਤੇ ਸਰੀਰ ਭਾਰੀਪਨ ਹੋ ਜਾਂਦਾ ਹੈ। ਹਾਂਜੀ, ਕਹਿੰਦਾ ਮੈਨੂੰ ਭਾਰ ਜਿਹਾ ਪਿਆ ਰਹਿੰਦਾ, ਉਹ ਤਮੋ ਗੁਣ ਹੁੰਦਾ, ਦਲਿੱਦਰਤਾ ਹੁੰਦੀ ਹੈ। ਇਸ ਕਾਰਨ ਸਾਧਨ ਵਿੱਚ ਨਾ ਲੱਗਣਾ ਆਲਸ ਹੈ। ਇਸ ਕਰਕੇ ਗੁਰੂ ਘਰ 'ਚ ਮਹਾਰਾਜ ਨੇ ਸੇਵਾ ਰੱਖੀ ਹੈ, ਸਰੀਰ ਵੀ ਬਲਵਾਨ ਰਹਿੰਦਾ, ਆਲਸ ਵੀ ਨਹੀਂ ਪੈਂਦੀ। ਉਵੇਂ ਬੈਠੋ ਅਤੇ ਘੇਰ ਲੈਂਦੀ ਹੈ ਨੀਂਦ। ਛੇਵਾਂ ਅਵਿਰਤੀ। ਯੋਗ ਅਤੇ ਉਪਾਸਨਾ ਦੇ ਸਥਾਨ 'ਤੇ ਮਨ ਦਾ ਇੰਦਰੀਆਂ ਵਿੱਚ ਫਸੇ ਰਹਿਣ ਦਾ ਨਾਮ ਅਵਿਰਤੀ ਹੈ। ਹਰ ਵੇਲੇ ਮਨ ਇੰਦਰੀਆਂ 'ਚ ਉਲਝਿਆ ਰਹਿਣਾ, ਅੱਖਾਂ ਪੁੱਠੇ ਪਾਸੇ ਦੇਖਣ ਨੂੰ, ਕੰਨ ਮਾੜੀਆਂ ਗੱਲਾਂ ਸੁਣਨ ਨੂੰ, ਰਸਨਾ ਮਾੜੀਆਂ ਗੱਲਾਂ, ਪੈਰ ਮਾੜੇ ਪਾ ਜਾਣਾ, ਹੱਥਾਂ ਨਾਲ ਕੋਈ ਮਾੜੇ ਕੰਮ ਕਰਨੇ, ਸਰੀਰ ਨਾਲ ਕੋਈ ਗਲਤ ਸਪਰਸ਼ ਕਰਨਾ, ਉਹ ਮਨ ਫਿਰ ਇੱਧਰ ਹੀ ਤੁਰਿਆ। ਇਹਦਾ ਨਾਂ ਅਵਿਰਤੀ ਹੈ। ਭਾਵ ਬਿਰਤੀ ਦਾ ਸਹੀ ਨਾ ਰਹਿਣਾ, ਮਾੜੇ ਪਾਸੇ ਤੁਰਨਾ। ਭੋਗ ਦਾ ਵਿਚਾਰ ਚਿੱਤ ਨੂੰ ਡਲਾ ਦਿੰਦਾ ਹੈ। ਹੁਣ ਕਈ ਬੜੇ ਬੜੇ ਗਿਆਨੀ ਧਿਆਨੀ ਆ, ਉਹ ਮਨ 'ਚ ਇੱਛਾ ਬਣੀ ਰਹਿੰਦੀ ਹੈ। ਜਿਹੜੇ ਹੋਂਦਾ, ਹਾਂਜੀ, ਜਿਵੇਂ ਕੁੱਤਾ ਮਾਸ ਦੀ ਬੋਟੀ ਦੇ ਕੇ ਦੌੜਦਾ ਨਾ, ਉਹ ਵੀ ਬਸ ਗਿਰ ਜਾਂਦੇ ਆ। ਭੋਗ ਦਾ ਵਿਚਾਰ ਚਿੱਤ ਨੂੰ ਡਲਾ ਦਿੰਦਾ ਹੈ। ਜਿਸ ਨੇ ਇੰਦਰੀਆਂ ਦੇ ਭੋਗਾਂ ਤੋਂ ਮੂੰਹ ਨਹੀਂ ਮੋੜਿਆ, ਜਿਸ ਨੇ ਮਨ 'ਤੇ ਕਾਬੂ ਨਹੀਂ ਪਾਇਆ, ਉਹ ਪਰਮ ਪਦ ਨੂੰ ਕਦੀ ਵੀ ਪ੍ਰਾਪਤ ਨਹੀਂ ਕਰ ਸਕਦਾ। ਉਹ ਨਹੀਂ ਮੁਕਤੀ ਪ੍ਰਾਪਤ ਕਰ ਸਕਦਾ। ਜੋ ਇੰਦਰੀਆਂ ਦੇ ਜਾਲ 'ਚ ਫਸਿਆ ਹੈ, ਉਹ ਯੋਗ ਦਾ ਅਧਿਕਾਰੀ ਨਹੀਂ। ਪੱਥਰ ਕਦੋਂ ਪਾਣੀ ਵਿੱਚ ਤੈਰ ਸਕਦਾ ਹੈ। ਅਖੀਰ ਭੋਗਾਂ 'ਚ ਫਸਣ, ਚਿੱਤ ਵਿੱਚ ਬਰਾਗ ਦਾ ਅਭਾਵ ਹੋ ਜਾਣਾ ਅਵਿਰਤੀ ਹੈ। ਹਾਂਜੀ, ਮਨ 'ਚੋਂ ਬਰਾਗ ਖਤਮ ਹੋ ਜਾਣਾ, ਇਹਦਾ ਨਾਂ ਅਵਿਰਤੀ ਹੈ। ਸੱਤਵਾਂ ਭ੍ਰਾਂਤੀ ਦੋਸ਼। ਜੋ ਚੀਜ਼ ਜਿਹੋ ਜਿਹੀ ਹੋਵੇ ਉਸ ਨੂੰ ਉਸ ਤਰ੍ਹਾਂ ਨਾ ਦੇਖਣਾ ਜਾਂ ਉਸ ਤਰ੍ਹਾਂ ਅਨੁਭਵ ਨਾ ਕਰਨਾ ਭ੍ਰਾਂਤੀ ਦੋਸ਼ ਹੈ। ਇਸ ਨੂੰ ਉਲਟਾ ਗਿਆਨ ਜਾਂ ਗਿਆਨ ਕਿਹਾ ਜਾਂਦਾ ਹੈ। ਜਿਸ ਨੇ ਆਤਮਾ ਨੂੰ ਢੱਕਿਆ ਹੋਇਆ, ਯੋਗ ਦੇ ਸਾਧਨਾਂ ਨੂੰ ਕਿਸੇ ਕਾਰਨ ਉਲਟ ਸਮਝਣਾ, ਇਹ ਸਾਧਨ ਠੀਕ ਨਹੀਂ। ਇਹ ਜਿਹਾ ਝੂਠਾ ਗਿਆਨ ਭਰਮ ਦੋਸ਼ ਹੈ। ਉਹ ਭਰਮ ਪਿਆ ਰਹਿੰਦਾ ਹਰ ਵੇਲੇ। ਅੱਠਵਾਂ ਅਲਬਧ ਬੁੱਧੀ ਕਤਵ। ਯਤਨ ਕਰਨ 'ਤੇ ਮੰਜ਼ਿਲ 'ਤੇ ਨਾ ਪਹੁੰਚ ਸਕਣਾ। ਯਤਨ ਕਰਦਾ ਨਹੀਂ ਪਹੁੰਚਦਾ, ਇਹਦਾ ਨਾਂ ਕੀ ਹੈ? ਹਾਂਜੀ, ਕਿ ਅਲਬ ਭੂਮੀ ਕਤਵ। ਯਤਨ ਕਰਦਾ ਆ, ਦੇਖਦੇ ਨਹੀਂ ਕੀ ਬੈਠਾ ਕੀ ਦੇਖਣ ਡਿਆ। ਹਾਂਜੀ, ਉਹ ਮੰਜ਼ਿਲ 'ਤੇ ਨਹੀਂ ਪਹੁੰਚਣਾ। ਅਲਬਧ, ਉਹ ਚੀਜ਼ ਦਾ ਲੱਭਣਾ ਨਾ। ਹਾਂਜੀ, ਲਬਧ ਭੂਮੀ ਖਤਮ, ਅਸਥਾਨ 'ਤੇ ਪਹੁੰਚਣਾ ਨਾ। ਇਹਦਾ ਕਾਰਨ ਇਹ ਹੈ ਕਿ ਮਨੁੱਖ ਦੇ ਕਰਮ ਉਹਦੇ ਨਾਲ ਰਹਿੰਦੇ। ਸਮਾਧੀ ਪਹੁੰਚਣ ਇਹਦੇ ਪਿਛਲੇ ਸੰਸਕਾਰ ਵਿਘਨ ਪਾਉਂਦੇ ਹਨ। ਪਰ ਐਸੀ ਅਵਸਥਾ ਵਿੱਚ ਸ਼ਰਧਾ ਨਾਲ ਬੇਰੋਕ ਟੋਕ ਅੱਗੇ ਵਧਦੇ ਜਾਓ ਅਤੇ ਹੌਂਸਲੇ ਦੇ ਕੰਮ ਲਓ। ਨਿਰਾਸ਼ ਹੋ ਕੇ ਕੀਤੇ ਕਿਰਾਏ 'ਤੇ ਸੁਆਹ ਨਾ ਪਾ ਦਿੱਤੀ ਜਾਵੇ ਅਤੇ ਪਰਮਾਤਮਾ ਨੂੰ ਸ਼ਰਧਾ ਨਾ ਹਟਾ ਲਈ ਜਾਵੇ। ਇਹ ਬੜੀ ਭਿਆਨਕ ਪਹਾੜੀ ਹੈ। ਜਿਹਦਾ ਪੈਰ ਤਿਲ ਗਿਆ, ਉਹ ਬਚ ਨਹੀਂ ਸਕਦਾ। ਅਖੀਰ ਸਾਧਨ ਕਰਨ 'ਤੇ ਵੀ ਯੋਗ ਦੀਆਂ ਭੂਮਿਕਾਵਾਂ ਮੰਜ਼ਿਲਾਂ ਦਾ ਪ੍ਰਾਪਤ ਨਾ ਹੋਣਾ, ਹਾਂਜੀ, ਅਲਬਧ ਭੂਮੀ ਕਤਵ ਹੈ। ਇਸ ਨਾਲ ਸਾਧਕ ਦਾ ਉਤਸ਼ਾਹ ਘਟ ਜਾਂਦਾ ਹੈ। ਪਰ ਇਸ ਸਮੇਂ ਹੌਂਸਲੇ ਨਾਲ ਕੰਮ ਲਓ ਅਤੇ ਨਿਰਾਸ਼ਾ ਨੂੰ ਕੋਲ ਨਾ ਫਟਕਣ ਦਿਓ। ਹੁਣ ਪਹਿਲੀ ਗੱਲ ਤਾਂ ਮਨ 'ਚ ਬਣਾਓ ਕਿ ਅਸੀਂ ਪਰਮਾਤਮਾ ਵੱਲ ਤੁਰਨਾ, ਫਿਰ ਤਾਂ ਗੱਲ ਬਣ ਜਾਊਗੀ। ਅਤੇ ਜੇ ਮਨ ਪਿੱਛੇ ਨੂੰ ਦੌੜਦਾ, ਫਿਰ ਨਹੀਂ ਗੱਲਾਂ ਬਣਨੀਆਂ। ਭਾਵੇਂ ਜਿੰਨੇ ਮਰਜ਼ੀ ਗ੍ਰੰਥ ਪੜ੍ਹ ਲਓ, ਜਿੰਨੇ ਮਰਜ਼ੀ ਸੁਣ ਲਓ। ਪਹਿਲਾਂ ਇਹ ਟੀਚਾ ਬਣਾਉਣਾ ਪੈਣਾ ਕਿ ਆਏ ਹਾਂ ਅਤੇ ਅਸੀਂ ਪਰਮਾਤਮਾ ਨੂੰ ਮਿਲਣਾ। ਪਰਮਾਤਮਾ ਨੂੰ ਮਿਲਣਾ ਅਤੇ ਇਹ ਹੈਗੇ ਜਿਵੇਂ ਹੁਣ ਮੀਲ ਪੱਥਰ ਹੁੰਦੇ ਨਾ, ਦਿੱਲੀ ਜਾਣਾ, ਉਹ ਮੀਲ ਪੱਥਰ ਨੂੰ ਪਤਾ ਲੱਗਦਾ ਵੀ ਹੁਣ ਇੰਨੀ ਦੂਰ ਰਹਿ ਗਈ ਹੈ, ਉਹ ਸਹਾਇਤਾ ਕਰਦੇ। ਫਿਰ ਤਾਂ ਹੈਗਾ। ਅਤੇ ਜੇ ਮਨ ਪਿੱਛੇ ਨੂੰ ਦੌੜਦਾ, ਹਾਂਜੀ, ਫਿਰ ਨਹੀਂ ਗੱਲਾਂ ਬਣਨੀਆਂ। ਜਿੰਨੇ ਮਰਜ਼ੀ ਗ੍ਰੰਥ ਪੜ੍ਹ ਲਓ। ਸਮਝਦੇ ਕਿ ਨਹੀਂ? ਇਹ ਮਨ ਬਣਾਉਣਾ ਪੈਣਾ ਵੀ ਅਸੀਂ ਹੁਣ ਪਰਮਾਤਮਾ ਨੂੰ ਮਿਲਣਾ ਆ, ਇਸ ਰਸਤੇ 'ਤੇ ਚੱਲਣਾ ਆ, ਫਿਰ ਗੱਲਾਂ ਬਣਨੀਆਂ। ਬਹੁਤਿਆਂ ਦਾ ਹੈਗਾ ਨਾ, 4 ਪੋਥੀਆਂ ਪੜ੍ਹ ਲਈਆਂ, ਕਿਸੇ ਨੇ ਪੋਥੀ ਵਾਹ ਲਈ, ਕਿਸੇ ਨੇ ਖੋਤੀ ਵਾਹ ਲਈ। ਕੋਈ ਖੋਤੀ ਵਾਹ ਕੇ ਢਿੱਡ ਭਰੀ ਜਾਂਦਾ, ਕੋਈ ਪੋਥੀਆਂ ਤੋਂ, ਹਾਂਜੀ, ਗਿਆਨ ਲੈ ਕੇ ਆਪਣੀ ਕਮਾਈ ਕਰੀ ਜਾਂਦਾ, ਕਿਤਾਬਾਂ ਪੜ੍ਹ ਕੇ। ਉਹਨਾਂ ਨੂੰ ਮਜ਼ਲ ਨਹੀਂ ਕੋਈ ਵੀ ਹੈ। ਅਤੇ ਜੇ ਤਾਂ ਮੰਜ਼ਿਲ 'ਤੇ ਤੁਰਨਾ, ਫਿਰ ਨਿਸ਼ਾਨਾ ਬਣਾਉਣਾ ਪੈਣਾ ਕਿ ਅਸੀਂ ਪਰਮਾਤਮਾ ਨੂੰ ਮਿਲਣਾ। ਇਹ ਜਿਹੜੇ ਸਾਧਨ ਆ, ਇਹ ਸਾਧਨ ਕਰਨੇ ਆ, ਫਿਰ ਗੱਲ ਬਣਨੀ ਆ। ਬਾਕੀ ਦੁਨੀਆ ਇੱਥੇ ਹੀ ਆ ਨਾ,
ਗਿਆਨ ਧਿਆਨ ਸਭ ਕੋ ਕਹਿ, ਬੰਧਨ ਬੰਦਿਆ ਸਭ ਜਗ ਪਵੇ। ਗਿਆਨ ਧਿਆਨ ਤਾਂ ਸਾਰੇ ਕਹੀ ਜਾਂਦੇ, ਬੰਧਨਾਂ 'ਚ ਵੱਜੇ ਹੋਏ ਆ। ਮੁੜ ਕੇ ਜਿੱਥੇ ਦੂਏ ਅਗਿਆਨੀ ਘੁੰਮਦੇ ਆ ਉੱਥੇ ਉਹ ਘੁੰਮੀ ਜਾਂਦੇ ਆ। ਫਰਕ ਤਾਂ ਕੋਈ ਨਹੀਂ ਨਾ, ਕਿ ਨਹੀਂ? ਮਾਇਆ ਪਦਾਰਥਾਂ ਵਾਸਤੇ ਕਰਦੇ ਆ, ਕੋਈ ਗਿਆਨ ਵਾਸਤੇ ਜਾਂ ਪਰਮਾਤਮਾ ਦੇ ਮਿਲਾਪ ਲਈ ਤਾਂ ਕਰਦੇ ਨਹੀਂ। ਅਤੇ ਫਿਰ ਉਹ ਜਿਹੜਾ ਹੈਗਾ ਉਹਨੂੰ ਮਾਰਨਗੇ ਪੜ੍ਹਿਆ ਮੂਰਖ ਆਖਿਆ, ਜਿਸ ਲੱਭ ਲੋਭ ਹੰਕਾਰਾ। ਇਸ ਕਰਕੇ ਕਹਿੰਦੇ ਆ ਕਿ ਹੌਂਸਲੇ ਤੋਂ ਕੰਮ ਲਓ, ਨਿਰਾਸ਼ ਹੋ ਕੇ ਕੀਤੇ ਕਿਰਾਏ 'ਤੇ ਸੁਬਾਹ ਨਾ ਪਾ ਦਿੱਤੀ ਜਾਵੇ, ਅਤੇ ਪਰਮਾਤਮਾ ਦਾ ਵੱਖਰਾ ਸ਼ਰਧਾ ਨਾ ਹਟਾ ਲਈ ਜਾਵੇ। ਇਹ ਬੜੀ ਭਿਆਨਕ ਪਹਾੜੀ ਹੈ, ਜਿਹਦਾ ਪੈਰ ਤਿਲਕ ਗਿਆ ਉਹ ਬਚ ਨਹੀਂ ਸਕਦਾ। ਅਖੀਰ ਸਾਧਨ ਕਰਤੇ ਵੀ ਹਾਂਜੀ ਉਹ ਯੋਗ ਦੀਆਂ ਭੂਮਿਕਾਵਾਂ ਮੰਜ਼ਿਲਾਂ ਦਾ ਪ੍ਰਾਪਤ ਨਾ ਹੋਣਾ ਅਲਬਧ ਭੂਮੀ ਕਤਵ ਹੈ। ਇਸ ਨਾਲ ਸਾਧਕ ਦਾ ਉਤਸ਼ਾਹ ਘਟ ਜਾਂਦਾ ਹੈ। ਪਰ ਇਸ ਸਮੇਂ ਹੌਂਸਲੇ ਨਾਲ ਕੰਮ ਲਓ ਅਤੇ ਨਿਰਾਸ਼ਾ ਨੂੰ ਕੋਲ ਨਾ ਭਟਕਣ ਦਿਓ। ਨੌਵਾਂ ਹੁਣ ਦੱਸਦੇ, 9 ਦੱਸੇ ਸੀ ਨਾ, ਅਨੁਬਸ਼ਕਤਵ। ਇਸ ਵਾਸਤੇ ਇਹ ਉਹ ਸਥਾਨ ਹੈ ਜਿੱਥੇ ਯੋਗੀ ਆਪਣੀ ਲਗਾਤਾਰ ਮਿਹਨਤ ਨਾਲ ਸਮਾਧੀ ਤੱਕ ਪਹੁੰਚ ਜਾਂਦਾ ਹੈ। ਹਾਂਜੀ, ਪਰ ਉੱਥੇ ਪਹੁੰਚ ਕੇ ਉਹਦਾ ਦਿਲ ਨਹੀਂ ਲੱਗਦਾ। ਇਹ ਸੋਚਣ ਲੱਗਦਾ ਕਿ ਹਰ ਤਰ੍ਹਾਂ ਦੇ ਭੋਗਾਂ 'ਤੇ ਲੱਤ ਮਾਰੀ, ਦੁਨੀਆ ਨਾਲ ਸੰਬੰਧ ਤੋੜੇ, ਇਕਾਂਤ ਵਿੱਚ ਗਰਮੀ ਸਰਦੀ ਭੁੱਖ ਪਿਆਸ ਸਹਿ ਕੇ ਅਭਿਆਸ ਕੀਤਾ, ਅਤੇ ਅੰਤ ਹਾਂਜੀ ਨਤੀਜਾ ਕੀ ਨਿਕਲਿਆ ਕਿ ਇੱਕ ਪੱਥਰ ਵਾਂਗ ਬੇਜਾਨ ਹੋ ਕੇ ਚੁੱਪਚਾਪ ਬੈਠੇ ਰਹਿਣਾ। ਕੋਈ ਸੰਸਾਰ ਦਾ ਵੀ ਆਨੰਦ ਲਓ, ਯੋਗ ਤੋਂ ਤਾਂ ਭੋਗ ਹੀ ਚੰਗਾ ਹੈ। ਪਰ ਅਭਿਆਸ ਕਰਨ ਵਾਲੇ ਨੂੰ ਅਜਿਹੀਆਂ ਚੀਜ਼ਾਂ ਪ੍ਰਤੀ ਸਾਵਧਾਨ ਰਹਿਣਾ ਚਾਹੀਦਾ, ਅਤੇ ਮਨ 'ਚ ਭੋਗ ਦੀ ਵਾਸ਼ਨਾ ਤੱਕ ਨਾ ਆਉਣ ਦਿਓ, ਨਹੀਂ ਤਾਂ ਡਿੱਗਣ ਦਾ ਡਰ ਹੈ। ਇਸ ਲਈ ਯੋਗ ਸਾਧਨ ਵਿੱਚ ਚਿੱਤ ਦਾ ਕਿਸੇ ਅਵਸਥਾ ਪਹੁੰਚ ਕੇ ਉੱਥੇ ਨਾ ਟਿਕਣਾ ਬਸ ਕਰਤੱਵ ਕਹਾਉਂਦਾ ਹੈ। ਕਿਉਂ ਮਨ ਜਿਹੜਾ ਸੀ ਉਹ ਬੱਸ ਵਿੱਚ ਨਹੀਂ ਨਾ ਕੀਤਾ, ਸਥਿਤੀ ਕੋਈ ਆਈ ਨਹੀਂ। ਉਹਨੂੰ ਬਸ ਤਿੱਤਵ ਕਹਾਉਂਦਾ ਹੈ। ਹਾਂਜੀ, ਮਨ ਬਸ ਨਹੀਂ ਹੋਇਆ, ਫੇਰ ਡੋਲ ਗਿਆ। ਲੈ ਕੀ ਹੈ, ਇੰਨਾ ਚਿਰ ਟੱਕਰਾਂ ਮਾਰੀਆਂ, ਕੀ ਮਿਲਿਆ, ਕੀ ਫਾਇਦਾ ਭਜਨ 'ਚ? ਇਹਨੂੰ ਤਾਂ ਉਹੀ ਚੰਗਾ ਚੰਗਾ ਖਾਂਦੇ ਪੀਂਦੇ ਵਿਸ਼ੇ ਵਿਗਾਰ ਭੋਗਦੇ, ਫਿਰ ਮੁੜ ਕੇ ਹਾਂਜੀ ਪਿੱਛੇ ਨੂੰ ਝਾਕਦੇ ਗਿੱਦੜ ਵਾਂਗੂ ਫਿਰ ਰਹਿ ਜਾਂਦੇ ਹੈਂ। ਵੀ ਬੁੱਢੀਆਂ ਆ ਗਈਆਂ, ਚੱਲ ਤੇਰਾ ਵਿਆਹ ਵੂਹ ਕਰ ਦਈਏ, ਉੱਥੇ ਹੈਗਾ ਫਲਾਨਾ ਰਿਸ਼ਤਾ ਚੰਗੇ ਘਰੋਂ ਆਉਂਦਾ, ਫਿਰ ਮੁੜ ਕੇ ਜਿਹੜੀ ਖੁੱਡ 'ਚੋਂ ਨਿਕਲੇ ਉੱਥੇ ਹੀ ਵੜ ਗਏ। ਇਹਨਾਂ ਵਿਘਨਾਂ ਨੂੰ ਦੂਰ ਕਰਨ ਦਾ ਆਪਾਂ ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਇਹਨਾਂ ਰੁਕਾਵਟਾਂ ਨੂੰ ਦੂਰ ਕੀਤਾ ਜਾ ਸਕਦਾ ਹੈ? ਕਿਉਂ ਨਹੀਂ? ਦਲੇਰ ਆਦਮੀ ਰੁਕਾਵਟਾਂ ਦੀਆਂ ਛਾਤੀਆਂ ਨੂੰ ਚੀਰ ਕੇ ਸਫਲ ਹੋ ਜਾਂਦਾ ਹੈ। ਰੁਕਾਵਟਾਂ ਤਾਂ ਮਨੁੱਖ ਦੇ ਹੌਂਸਲੇ ਦੀ ਪਰਖ ਹੈ, ਪਰਖ ਦੀਆਂ ਨਾ, ਵੀ ਹਾਂ ਜਿਵੇਂ ਹੁਣ ਐਡਲੇ ਦੁੱਖ ਸਿੰਘਾਂ 'ਤੇ ਆਏ, ਉਹ ਪਰਖ ਸੀ। ਖੋਪਰੀ ਲੈ ਕੇ ਬੰਦ ਕੱਟੇ ਗਏ, ਚਾਹੇ ਤੁੰਬੇ ਆਰੇ ਫਿਰ ਗਏ, ਲੋਗੜ ਬਣ ਕੇ ਜੀਂਦੇ ਜਲਾਤੇ, ਆਲੂਆਂ ਦੇ ਚੁੱਬੜ ਗਏ, ਪਰਖਾਂ ਸੀਆਂ। ਜਿਹੜਾ ਤੂੰ 'ਚ ਨਿਕਲ ਗਿਆ ਉਹ ਤਾਂ ਫਿਰ ਲੈ ਗਿਆ ਨੰਬਰ। ਮਰਨਾ ਤਾਂ ਇੱਕ ਦਿਨ ਹੈਗਾ ਹੀ ਆ, ਜੇ ਕਹੀਏ ਮਰਨ ਤੋਂ ਬਚਾਂਗੇ ਉਹ ਆਉਣੀ ਹੈ ਇੱਕ ਦਿਨ। ਰੁਕਾਵਟ ਤਾਂ ਮਨੁੱਖ ਦੇ ਹੌਂਸਲੇ ਦੀ ਪਰਖ ਹੈ। ਜੋ ਮਰਦ ਹੁੰਦਾ ਹੈ ਉਹ ਇਹਨਾਂ ਨੂੰ ਦੂਰ ਕਰਕੇ ਮੰਜ਼ਿਲ 'ਤੇ ਪਹੁੰਚ ਜਾਂਦਾ ਹੈ। ਜਿਹੜਾ ਘੱਟ ਹਿੰਮਤ ਕਰਦਾ ਹੈ ਉਹ ਰੁਕਾਵਟਾਂ ਦਾ ਨਾਮ ਸੁਣਦਿਆਂ ਕੰਬਣ ਲੱਗ ਪੈਂਦਾ ਹੈ। ਕਮਜ਼ੋਰ ਦਿਲ ਨੂੰ ਆਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਪਰਮਾਤਮਾ ਦੇ ਪਵਿੱਤਰ ਨਾਮ ਓਮ ਜਾਂ ਏਕ ਓਂਕਾਰ ਦਾ ਸ਼ਰਧਾ ਅਤੇ ਪਿਆਰ ਨਾਲ ਜਪ ਅਤੇ ਉਹਦੇ ਅਰਥਾਂ ਦੀ ਭਾਵਨਾ ਕਰਨ ਨਾਲ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ। ਭਾਵੇਂ ਰੁਕਾਵਟਾਂ ਡੇਰਾ ਲਾ ਕੇ ਬੈਠੀਆਂ ਹੋਣ ਤਾਂ ਵੀ ਪ੍ਰਭੂ ਭਗਤੀ ਦੇ ਤੀਰ ਅੱਗੇ ਟਿਕ ਨਹੀਂ ਸਕਦੀਆਂ। ਜੋ ਰੋਗ ਦੀ ਔਸ਼ਧੀ ਇੱਕ ਨਾਮ ਤੇਰਾ, ਸੋ ਰੋਗ ਦੀ ਔਸ਼ਧੀ ਇੱਕ ਨਾਮ ਤੇਰਾ। ਇਹ ਨਿਰਾਸ਼ ਮਨੁੱਖ ਘਬਰਾ ਨਾ, ਰੁਕਾਵਟਾਂ ਬਹੁਤ ਹਨ ਤਾਂ ਫਿਰ ਕੀ ਹੋਇਆ? ਰੁਕਾਵਟਾਂ ਨੂੰ ਦੂਰ ਕਰਨ ਵਾਲਾ ਵੀ ਬੜੀ ਸ਼ਕਤੀ ਦਾ ਮਾਲਕ ਹੈ। ਉੱਠ ਕੇ ਇਹਦਾ ਸਹਾਰਾ ਲੈ, ਉਹ ਕਦੇ ਕਿਸੇ ਨੂੰ ਨਿਰਾਸ਼ ਨਹੀਂ ਕਰਦਾ। ਹਾਂਜੀ, ਏਕ ਓਂਕਾਰ ਦਾ ਜਾਪ ਇੱਕ ਕੀਟਨਾਸ਼ਕ ਦਵਾਈ ਹੈ ਜੋ ਹਰ ਬਿਮਾਰੀ ਦੇ ਕੀੜਿਆਂ ਨੂੰ ਮਾਰਦੀ ਹੈ ਅਤੇ ਮਨ ਨੂੰ ਸਾਫ਼ ਕਰਦੀ ਹੈ। ਸ਼ੀਸ਼ੇ ਦੀ ਤਰ੍ਹਾਂ ਬੁੱਧੀ ਨਿਰਮਲ ਹੋ ਜਾਣ 'ਤੇ ਆਤਮਾ ਦਾ ਅਸਲ ਸਰੂਪ ਦਿਸਦਾ ਹੈ। ਕੱਪੜਾ ਜਿੰਨਾ ਜ਼ਿਆਦਾ ਸਾਫ਼ ਹੋਵੇਗਾ ਉਨਾ ਹੀ ਗੂੜਾ ਰੰਗ ਚੜ੍ਹੇਗਾ। ਇਸ ਲਈ ਪਰਮਾਤਮਾ ਦੇ ਭਜਨ ਅਤੇ ਸਿਮਰਨ ਨਾਲ ਇਹ ਵਿਘਨ ਅਤੇ ਦੁੱਖ ਆਪਣੇ ਆਪ ਖਤਮ ਹੋ ਜਾਂਦੇ ਹਨ ਅਤੇ ਇਸ ਨਾਲ ਅੰਤਰ ਆਤਮਾ ਦੇ ਸਰੂਪ ਦਾ ਗਿਆਨ ਹੋ ਕੇ
ਕੈਵਲ ਅਵਸਥਾ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਲਈ ਨਾਮ ਜਪ ਨਿਰਬੀਜ ਸਮਾਧੀ ਲਈ ਬਹੁਤ ਆਸਾਨ ਉਪਾਅ ਹੈ। ਜਿੱਥੇ ਜਾ ਕੇ ਕੋਈ ਫੁਰਨੇ ਨਾ ਰਹੇ ਉਹ ਨਿਰਬੀਜ ਸਮਾਧੀ ਹੈ। ਬੀਜ ਖਤਮ ਹੋ ਗਿਆ ਨਾ ਉਂਗਣ ਦਾ। ਵਿਘਨਾਂ ਨੂੰ ਦੂਰ ਕਰਨ ਦਾ ਦੂਜਾ ਤਰੀਕਾ ਇਹ ਹੈ, ਤੱਤ ਦਾ ਅਭਿਆਸ ਕਰਨਾ ਚਾਹੀਦਾ। ਤੱਤ ਵਸਤੂ ਆਤਮਾ ਪਰਮਾਤਮਾ ਦੇ ਮਿਲਣ ਦਾ ਭਾਵ ਕਿਸੇ ਇੱਕ ਵਸਤੂ ਵਿੱਚ ਚਿੱਤ ਨੂੰ ਸਥਿਰ ਕਰਨ ਦੀ ਵਾਰ-ਵਾਰ ਕੋਸ਼ਿਸ਼ ਕਰਨ ਨਾਲ ਵੀ ਇਕਾਗਰਤਾ ਪੈਦਾ ਹੋ ਕੇ ਵਿਘਨਾਂ ਦਾ ਨਾਸ ਹੋ ਜਾਂਦਾ ਹੈ। ਅਭਿਆਸ ਇਹ ਹੀ ਹੈ ਨਾ ਕਿ ਵਾਰ-ਵਾਰ ਉਹਦਾ ਜਪ ਕਰਨਾ, ਅਭਿਆਸ ਕਰਨਾ ਮਨ ਨੂੰ ਮਾਰਨ ਦਾ। ਅਤੇ ਜਿਹੜੇ ਬੰਦੇ ਅਭਿਆਸ ਵਿੱਦਿਆ ਹੈ ਉਹ ਵੀ ਅਭਿਆਸ ਕਰਾਂਗੇ ਫਿਰ ਹੀ ਚੇਤੇ ਹੁੰਦੀ ਹੈ। ਇਸੇ ਤਰ੍ਹਾਂ ਹੀ ਗ੍ਰੰਥ ਜਿੰਨੇ ਮਰਜ਼ੀ ਪੜ੍ਹੀ ਚਲੋ, ਜੇ ਕੋਈ ਯਾਦ ਨਹੀਂ ਜਿਲੇ ਪੁੱਛਿਆ ਤਾਂ ਬਿਟਰ ਦੇਖਦਾ ਰਿਹਾ ਹੈਂ। ਗੁਰੂ ਨੇ ਉਸਤਾਦ ਨੇ ਪੁੱਛੀ ਗੱਲ ਕਿ ਪ੍ਰਸ਼ਨ ਪਾਇਆ ਕੋਈ ਅਤੇ ਮੋਹਰੇ ਆਉਣਾ ਨਾ, ਫਿਰ ਦੇਖੀ ਜਾਣਾ ਜਾਂ ਡੱਕੇ ਤੋੜੀ ਜਾਣੇ। ਅਭਿਆਸ ਤੋਂ ਤਾਂ ਵਿੱਦਿਆ ਵੀ ਹੈ ਨਹੀਂ ਹੈਂ। ਗ੍ਰੰਥ ਤਾਂ ਥੋੜ੍ਹੇ ਵੀ ਪੜ੍ਹੇ ਹੁਣ ਯਾਦ ਹੋਣ ਫਿਰ ਇਹ ਹੁੰਦੇ। ਸੋ ਇਸੇ ਤਰ੍ਹਾਂ ਅਭਿਆਸ ਤੋਂ ਬਿਨਾਂ ਕੋਈ ਕੰਮ ਵੀ ਸਿੱਧ ਨਹੀਂ ਹੁੰਦਾ ਹੈ। ਅਤੇ ਜਿਹੜੀ ਚੀਜ਼ ਦਾ ਤਜਰਬਾ ਨਹੀਂ ਅਤੇ ਉਹ ਬੰਦਾ ਜੇ ਕਰੂਗਾ ਤਾਂ ਉਹ 'ਚ ਕਾਮਯਾਬ ਨਹੀਂ ਹੁੰਦਾ। ਕਿਉਂਕਿ ਮੰਤਰੀ ਹੋਏ ਠੂਇਆਂ ਕਿਉਂ ਨਾਗੀ ਲੱਗਿਆ ਜਾਏ। ਭਾਈ ਗੁਰਦਿੱਤ ਕਹਿੰਦੇ ਮੰਤਰੀ ਤਾਂ ਠੂਏ ਬਣਦਾ ਨਹੀਂ ਅਤੇ ਸੱਪਾਂ ਨੂੰ ਕਿੱਥੋਂ ਫੜੂਗਾ ਹੈਂ। ਇੱਥੇ ਹੁੰਦਾ ਸੀ ਨਾ ਕੋ ਮਸੰਦ, ਇੱਥੇ ਪੀਰ ਕਹਿੰਦੇ ਨੇ ਫੜੀਆਂ ਨਿਕਲਿਆ ਗਿਆ ਸੀ ਪੱਠੇ ਵੱਢਣ। ਆਖੇ ਮੈਂ ਕੜੇ ਇਹਦੇ ਜਾਣਦਾ। ਉਹਨੇ ਕਿਹਾ ਵੀ ਸੱਪ ਬੜਾ ਜ਼ਹਿਰੀਲਾ ਤੂੰ ਰਹਿਣ ਦੇ। ਹਟਿਆ ਨੂੰ ਉਹਨੂੰ ਮਾਰਿਆ ਡੰਗ ਅਤੇ ਬਸ ਫਿਰ ਲਾਸ਼ ਹੀ ਚੁੱਕ ਕੇ ਲਿਆਏ। ਇਸ ਕਰਕੇ ਕਈ ਵਾਰੀ ਵੀ ਬੰਦਾ ਉਹ ਵਾਕਬ ਹੁੰਦਾ ਨਹੀਂ ਅਤੇ ਘਰ ਬਹਿੰਦਾ ਫਿਰ ਨੁਕਸਾਨ ਖਾਂਦਾ। ਇਸ ਤਰ੍ਹਾਂ ਅਭਿਆਸ ਆ। ਕੋਈ ਵੀ ਕੰਮ ਹੁਣ ਹਥਿਆਰ ਆ ਹਾਂਜੀ ਪ੍ਰਦਰਸ਼ਨੀ ਲਈ ਰੱਖ ਲੈਣੇ, ਧੂਪ ਜੋਤ ਵੀ ਦਿਖਾ ਲਓ। ਅਤੇ ਜੇ ਉਹਨਾਂ ਦੀ ਪ੍ਰੈਕਟਿਸ ਨਹੀਂ ਸਿੱਖੀ ਦੇ ਮੌਕੇ 'ਤੇ ਕੰਮ ਦੇ ਦੇਣਗੇ। ਉੱਥੇ ਤੇਰੀਆਂ ਪੂਜਾ ਨੇ ਤਾਂ ਸਾਥ ਨਹੀਂ ਲੈਣਾ। ਉੱਥੇ ਤਾਂ ਉਹਨਾਂ ਸ਼ਾਸਤਰਾਂ ਦਾ ਅਭਿਆਸ ਹੋ, ਜੰਗ ਯੁੱਧ ਵਿੱਚ ਗਿਆ ਹੋ, ਪ੍ਰੈਕਟੀਕਲ ਕੀਤਾ ਹੋ, ਫੇਰ ਵਰਤੇ ਜਾਣਗੇ। ਕਈ ਪ੍ਰਦਰਸ਼ਨੀ ਲਾ ਕੇ ਬਹਿ ਜਾਂਦੇ ਹਾਂਜੀ। ਪ੍ਰਦਰਸ਼ਨੀ ਦੇ ਨਾਲ ਸੂਰਮਾ ਨਹੀਂ ਬਣਨਾ। ਸੂਰਮਾ ਤੋਂ ਉਹਨਾਂ ਦਾ ਅਭਿਆਸ ਸਿੱਖੇ ਪੈਣਾ। ਜਾਂ ਲਾਇਬ੍ਰੇਰੀਆਂ ਗ੍ਰੰਥਾਂ ਦੀਆਂ ਇਕੱਠੀਆਂ ਕਰ ਲਈਆਂ ਹੈਂ, ਪੜ੍ਹਿਆ ਹੈ ਨਹੀਂ, ਚੇਤੇ ਕੋਈ ਕੀਤਾ ਨਹੀਂ। ਲਾਇਬ੍ਰੇਰੀ ਦੀਆਂ ਪੁਸਤਕਾਂ ਜਿਹੜੀਆਂ ਉਹ ਇਮਤਿਹਾਨ 'ਚ ਤੈਨੂੰ ਸਾਥ ਨਹੀਂ ਦੇਣਗੀਆਂ, ਜੇ ਚੇਤੇ ਕਰੇਂਗਾ ਸਾਥ ਦੇਣਗੀਆਂ। ਹੁਣ ਅੱਗੇ ਉਹ ਸਾਧਨ ਪਾਦ ਬਾਰੇ ਸਾਰਾ ਜਿਹੜਾ ਉਪਦੇਸ਼ ਦੇਣਗੇ, ਉਹਦੇ ਜੁਦੇ ਜੁਦੇ ਇਕੱਲੇ ਇਕੱਲੇ ਅੰਗ ਦਾ ਜਿਹੜਾ ਵਿਚਾਰ ਆ ਉਹ ਫਿਰ ਦੱਸਣਗੇ। ਕਿਉਂਕਿ ਜਿੰਨਾ ਚਿਰ ਇੱਧਰ ਨਹੀਂ ਤੁਰਦਾ ਮਜਲ ਨਹੀਂ ਮਿਲਦੀ ਹੈ। ਇਹ ਹੁਣ ਅੰਦਰ ਦੀ ਪੜ੍ਹਾਈ ਆ ਸਾਰੀ। ਜਿਹਨੇ ਇੱਧਰ ਤੁਰਨਾ ਉਹ ਹੀ ਤੋਂ ਲਾਭ ਲੈਂਦੇ ਆ। ਸਾਧਨ ਪਾਦ ਇੱਕ ਵਿੱਚ ਸਮਾਹਤ ਅਵਸਥਾ ਦੀ ਪ੍ਰਾਪਤੀ ਦੇ ਉਪਾਅ ਦਾ ਵਰਣਨ ਹੈ। ਜਿਹੜੇ ਮਨ ਜਿਹੜਾ ਸਮਾਨ ਬਿਰਤੀ 'ਚ ਹੋਇਆ। ਸਮਾਹਤ ਮੈਨੇ ਇਕਾਗਰ ਅਵਸਥਾ। ਜੋ ਮਨੁੱਖ ਪਰਮਾਤਮਾ ਦੀ ਭਗਤੀ ਤੋਂ ਕੋਹਾਂ ਦੂਰ ਭੱਜਦੇ ਹਨ, ਜੋ ਵਿਸ਼ਾ ਭੋਗਾਂ ਵਿੱਚ ਫਸਦੇ ਰਹਿੰਦੇ ਹਨ, ਜਿਨ੍ਹਾਂ ਦਾ ਦਿਲ ਟਿਕਾਣੇ ਨਹੀਂ ਹੈ, ਉਹਨਾਂ ਲਈ ਇਸ ਪਾਦ ਵਿੱਚ ਰਾਹ ਦੱਸਿਆ ਗਿਆ ਹੈ। ਇਸ ਅਧਿਆਇ ਵਿੱਚ ਪਾਦ ਮੈਨੇ ਅਧਿਆਇ ਜੋ ਮਨ ਜੋ ਹਜ਼ਾਰਾਂ ਯਤਨ ਕਰਨ ਦੇ ਬਾਵਜੂਦ ਵੀ ਬਸ ਵਿੱਚ ਨਹੀਂ ਆਉਂਦਾ, ਇਸ ਨੂੰ ਆਸਾਨੀ ਨਾਲ ਕਾਬੂ ਕਰਨ ਦਾ ਤਰੀਕਾ ਇਸ ਵਿੱਚ ਦਿੱਤਾ ਗਿਆ ਹੈ। ਇਸ ਵਿੱਚ ਪਾਪ ਕਰਮਾਂ 'ਤੇ ਜਿੱਤ ਪ੍ਰਾਪਤ ਕਰਨ ਦਾ ਰਾਹ ਦੱਸਿਆ ਗਿਆ ਹੈ। ਹੁਣ ਅਸੀਂ ਅਸ਼ਟਾਂਗ ਯੋਗ ਦਾ ਵਰਣਨ ਕਰਾਂਗੇ। ਯੋਗ ਦੇ ਇਹਨਾਂ 8 ਅੰਗਾਂ ਦਾ ਪਾਲਣ ਕਰਨ ਨਾਲ ਆਤਮਾ ਜਾਂ ਪ੍ਰਭੂ ਦੇ ਦਰਸ਼ਨ ਹੋ ਸਕਦੇ ਹਨ ਅਤੇ ਮੁਕਤੀ ਪ੍ਰਾਪਤ ਹੋ ਸਕਦੀ ਹੈ। ਗੁੜ ਦਾ ਸਵਾਦ ਗੁੜ ਖਾਣ ਨਾਲ ਹੀ ਪਤਾ ਲੱਗ ਸਕਦਾ ਹੈ, ਪਰ ਚੱਖਣ ਦੀ ਦੇਖਣ ਚੱਖਣ ਦੀ ਗੱਲ ਹੈ, ਦੱਸਣ ਦੀ ਗੱਲ ਨਹੀਂ। ਗੁੜ ਦੱਸੀ ਜੇ ਮਿੱਠਾ ਆ, ਖਾਧਾ ਹੈ ਨਹੀਂ ਤਾਂ ਦੱਸਣ ਨਾਲ ਥੋੜ੍ਹੀ ਮਿਠਾਸ ਮਿਲ ਜੂਗੀ। ਖਾਣ ਨਾਲ ਚੱਖਣ ਨਾਲ ਖਾਣ ਨਾਲ ਹੀ ਹੋਊਗੀ। ਇਸੇ ਤਰ੍ਹਾਂ ਕੋਈ ਵੀ ਪਰਮਾਤਮਾ ਦਾ ਵਰਣਨ ਨਹੀਂ ਕਰ ਸਕਦਾ, ਪਰ ਜਮ ਨਿਜਮ ਆਦਿ 7 ਅਵਸਥਾ ਪਾਰ ਕਰਕੇ ਜਦੋਂ ਮਨੁੱਖ 8ਵੀਂ ਸਮਾਧੀ ਅਵਸਥਾ ਪਹੁੰਚਦਾ ਹੈ, ਫਿਰ ਉਹਦਾ ਪਤਾ ਚੱਲਦਾ ਹੈ। ਕਹਿੰਦੇ ਹਨ और कहते बेहिसाबी यह है कि हर सूरत में जलवा आशकार, इस पर घूंघट यह कि सूरत आज तक देखी नहीं। हाँ जी, ਉਹਦਾ ਜਿਹੜਾ ਜਲਵਾ ਆ ਉਹ ਤਾਂ ਹਰ ਜਗ੍ਹਾ ਹੀ ਹੈ, ਪਰ ਕਹਿੰਦੇ ਜੇ ਪੜਦਾ ਹੋਵੇ ਤੇ ਸੂਰਤ ਦੇਖੀ ਨਹੀਂ ਤਾਂ ਕਿਵੇਂ ਦੱਸੂਗਾ। ਉਲਟੀ ਹੀ ਚੱਲ ਚਲਤੇ हैं दीवानगी इश्क। ਜਿਹੜੇ ਇਸ਼ਕ ਦੇ ਦੀਵਾਨੇ ਰੱਬ ਦੇ ਪ੍ਰੇਮੀ ਆ ਨਾ, ਉਹਨਾਂ ਦੀ ਚਾਲ ਸੰਸਾਰ ਤੋਂ ਟੇਢੀ ਹੁੰਦੀ ਹੈ, ਉਲਟੀ ਹੁੰਦੀ ਹੈ। आँखों को बंद करते हैं दीदार पाने के लिए।
ਉਹ ਸਮਾਧੀ 'ਚ ਨੇਤਰ ਮੂੰਡ ਕੇ ਉਹਦਾ ਦੀਦਾਰ ਪਾਉਣ ਲਈ ਬਿਰਤੀ ਅੰਤਰਮੁਖ ਕਰਕੇ ਚੱਲਦੇ ਆ, ਉਹ ਦੀਦਾਰ ਪਾਉਂਦੇ ਆ। ਹਾਂਜੀ, ਬੇਹਿਸਾਬੀ ਗੱਲ, ਇਹ ਗੱਲਾਂ ਤੇ ਇਸ ਤਰ੍ਹਾਂ ਦੀਆਂ ਹੈਗੀਆਂ ਨਾ ਬੇਹਿਸਾਬੀਆਂ, ਇਹ ਹਿਸਾਬ ਵਿੱਚ ਨਹੀਂ। ਹਰ ਸੂਰਤ ਮੈਂ ਜਲਵੇ ਆਸ਼ਕ, ਉਹ ਪਰਮਾਤਮਾ ਦਾ ਜਿਹੜਾ ਜਲਵਾ ਆ ਉਹ ਹਰ ਵਿੱਚ ਹੈ, ਜਰਰੇ ਜਰਰੇ 'ਚੋਂ ਵਿਆਪਕ ਸਰੂਪ ਆ। ਯੋਗ ਦੇ 8 ਅੰਗ ਜਮ, ਨਿਜਮ, ਆਸਣ, ਪ੍ਰਾਣਾਯਾਮ, ਪ੍ਰਤਿਆਹਾਰ, ਧਾਰਨਾ, ਧਿਆਨ ਅਤੇ ਸਮਾਧੀ। ਨੰਬਰ 1 ਜਮ। ਜਮ ਸਮਾਜ ਵਿਹਾਰ ਨਾਲ ਸੰਬੰਧਿਤ ਹੈ। ਇਹ 5 ਹਨ: ਅਹਿੰਸਾ, ਸਤ, ਅਸਤੇਵ ਮੈਨੇ, ਚੋਰੀ, ਬ੍ਰਹਮਚਰਜ ਅਤੇ ਅਪਰਿਗ੍ਰਹਿ। ਅਪਰਿਗ੍ਰਹਿ ਦਾ ਮਤਲਬ ਬਹੁਤੀਆਂ ਚੀਜ਼ਾਂ ਨਾ ਇਕੱਠੀਆਂ ਕਰਨੀਆਂ। ਅਪਰਿਗ੍ਰਹਿ, ਅਸਤੇਵ ਮੈਨੇ, ਚੋਰੀ। ਹੁਣ ਇਹ ਛੋਟੇ ਗ੍ਰੰਥਾਂ 'ਚ ਆਇਆ ਵੀ ਹੈ, ਪਰ ਚੇਤੇ ਕੌਣ ਕਰੂਗਾ? ਚੇਤੇ ਕਰਨ ਦੀ ਲੋੜ ਨਹੀਂ। ਨੰਬਰ 1 ਅਹਿੰਸਾ। ਮਨ, ਬਾਣੀ ਅਤੇ ਸਰੀਰ ਨਾਲ ਕਿਸੇ ਵੀ ਜੀਵ ਨੂੰ ਕਦੇ ਵੀ ਕਿਸੇ ਕਿਸਮ ਦਾ ਦੁੱਖ ਨਹੀਂ ਦੇਣਾ ਅਹਿੰਸਾ ਹੈ। ਹਰ ਕਾਲ ਵਿੱਚ ਸਭ ਤਰ੍ਹਾਂ ਨਾਲ, ਸਭ ਪ੍ਰਾਣੀਆਂ ਨਾਲ ਨਫ਼ਰਤ ਛੱਡ ਕੇ ਪਿਆਰ ਕਰਨਾ ਹੀ ਅਹਿੰਸਾ ਹੈ। ਭਾਵ ਮਨ ਵਿੱਚੋਂ ਬੈਰ ਅਤੇ ਈਰਖਾ ਦਾ ਤਿਆਗ ਕਰਨਾ ਅਹਿੰਸਾ ਹੈ। ਅਹਿੰਸਾ ਪਿਆਰ ਦੀ ਸਿਖਰ ਹੈ। ਬੁਰਾ ਵਿਚਾਰ ਵੀ ਹਿੰਸਾ ਹੈ। ਕਿਸੇ ਦਾ ਬੁਰਾ ਸੋਚਣਾ ਮਾਨਸਿਕ ਹਿੰਸਾ ਹੈ। ਕਿਸੇ ਦਾ ਹੱਕ ਖੋਹਣਾ ਹਿੰਸਾ ਹੈ। ਪਰਾਇਆ ਦੋਸ਼ ਦੇਖਣਾ ਹਿੰਸਾ ਹੈ। ਸਾਰਿਆਂ ਦੇ ਭਲੇ ਬਾਰੇ ਸੋਚਣਾ ਅਹਿੰਸਾ ਹੈ। ਕਿਸੇ ਦੀ ਹਿੰਸਾ ਨਾ ਕਰਨਾ। ਹੁਣ ਜਿਹੜੇ ਪੜ੍ਹਦੇ ਨਾ ਟੀਕਾ ਪੜ੍ਹੀ ਜਾਣਾ ਵੀ ਮੈਨੂੰ ਸਾਰਾ ਕੁਛ ਆਉਂਦਾ, ਜਿਹੜੇ ਪੁੱਛਿਆ ਜਾਏ ਫਿਰ ਇੱਕ ਅੱਖਰ ਵੀ ਨਹੀਂ ਆਉਂਦਾ। ਉਹਦੇ ਤਾਂ ਮੋਹਰੇ ਦਿਖਦਾ ਹੁੰਦਾ ਨਾ ਵੀ ਮੈਨੂੰ ਆਉਂਦਾ ਹੀ ਹੈ, ਲਿਖਿਆ ਹੀ ਆ। ਪਰ ਜਿਹੜੇ ਤੈਨੂੰ ਪੁੱਛੂਗਾ ਫਿਰ ਪਤਾ ਲੱਗੂ ਨਾ ਵੀ ਆਉਂਦਾ ਕਿ ਨਹੀਂ ਆਉਂਦਾ। ਹੈਂ, ਲਿਖਿਆ ਡਿਕਸ਼ਨਰੀ ਤਾਂ ਸਾਰੇ ਅਰਥ ਲਿਖੇ ਆ, ਪਰ ਜਿਹੜੇ ਟੀਚਰ ਪੁੱਛੂਗਾ ਫਿਰ ਪਤਾ ਲੱਗੂ ਵੀ ਡਿਕਸ਼ਨਰੀ ਅਰਥ ਆਉਂਦੇ ਕਿ ਨਹੀਂ ਆਉਂਦੇ ਕਿ ਨਹੀਂ। ਬੋਲਦਾ ਨਹੀਂ ਹੈਂ, ਫਿਰ ਪਤਾ ਲੱਗਣਾ ਨਾ ਵੀ ਆਉਂਦੇ ਕਿ ਨਹੀਂ ਆਉਂਦੇ। ਹਿੰਸਾ ਦੇ ਸਾਧਨ। ਨੰਬਰ 1 ਧਨ ਨਾਲ ਹਿੰਸਾ, ਜਿਵੇਂ ਪੁਲਿਸ ਜਾਂ ਕਿਸੇ ਨੂੰ ਧਨ ਦੇ ਕੇ ਗਰੀਬ ਨੂੰ ਦੁੱਖ ਦੇਣਾ, ਇਹ ਵੀ ਹਿੰਸਾ। ਦੂਜਾ ਮਨ ਨਾਲ ਹਿੰਸਾ, ਜਿਵੇਂ ਕਿਸੇ ਦਾ ਬੁਰਾ ਸੋਚਣਾ, ਕਿਸੇ ਨਾਲ ਈਰਖਾ ਜਾਂ ਬੈਰ ਰੱਖਣਾ। ਤੀਜਾ ਤਨ ਨਾਲ ਹਿੰਸਾ, ਜਿਵੇਂ ਤਾਕਤ ਨਾਲ ਕਮਜ਼ੋਰ ਵਿਅਕਤੀ ਨੂੰ ਕੁੱਟਣਾ, ਧੱਕੇ ਮਾਰਨੇ। ਚੌਥਾ ਬਚਨ ਨਾਲ ਹਿੰਸਾ, ਜਿਵੇਂ ਕਿਸੇ ਨੂੰ ਕੌੜੇ ਸ਼ਬਦ ਕਹਿ ਕੇ ਉਹਦਾ ਦਿਲ ਦੁਖੀ ਕਰਨਾ, ਕਿਸੇ ਦੀ ਨਿੰਦਿਆ ਜਾਂ ਚੁਗਲੀ ਕਰਨੀ ਆਦਿ ਵੀ ਹਿੰਸਾ ਹੈ। ਮੌਲਾਨਾ ਰੂਮੀ ਕਹਿੰਦੇ ਹਨ ਕਿ ਜੇ ਤੂੰ ਹਜ਼ਾਰਾਂ ਗੋਸ਼ਾਂ ਮੈਨੇ ਕਿਨਾਰੇ ਵਿੱਚ ਬੈਠ ਕੇ ਭਗਤੀ ਕਰੇ, ਹਜ਼ਾਰਾਂ ਖਜ਼ਾਨੇ ਦਾਨਵੇ ਲੁਟਾ ਦੇਵੇਂ, ਹਜ਼ਾਰਾਂ ਰਾਤਾਂ ਜਾਗ ਪਰਮਾਤਮਾ ਚਿੰਤਨ ਕਰੇ, ਹਜ਼ਾਰਾਂ ਰਾਤਾਂ ਜਾਗਦਾ ਰਹੇ, ਹਜ਼ਾਰਾਂ ਸਜਦੇ ਕਰੇ, ਮੱਥੇ ਟੇਕੇ ਅਤੇ ਹਰ ਸਜਦੇ ਨਾਲ ਹਜ਼ਾਰ ਨਵਾਜ਼ ਪੜ੍ਹੇ। ਹੇ ਮਨੁੱਖ, ਯਾਦ ਰੱਖ ਤੇਰਾ ਇਹ ਸਭ ਕੀਤਾ ਵਿਅਰਥ ਹੈ। ਪਰਮਾਤਮਾ ਦੀ ਦਰਗਾਹ ਵਿੱਚ ਇਹ ਸਭ ਨਾ ਮਨਜ਼ੂਰ ਹੈ। ਜੇ ਤੂੰ ਇੱਕ ਪੰਛੀ ਨੂੰ ਵੀ ਦੁੱਖ ਦਿੱਤਾ, ਇੱਕ ਪੰਛੀ ਨੂੰ ਦੁੱਖ ਦੇਣ ਦਾ ਜੋ ਪਾਪ ਹੈ ਉਹ ਇੰਨੀ ਭਗਤੀ, ਦਾਨ ਅਤੇ ਕਠਿਨ ਤਪ ਨਾਲ ਵੀ ਧੋਤਾ ਨਹੀਂ ਜਾ ਸਕਦਾ। ਇਸ ਤੋਂ ਸਪਸ਼ਟ ਹੈ ਕਿ ਮਾਸ ਜਾਂ ਆਂਡੇ ਖਾਣਾ ਹਿੰਸਾ ਹੀ ਹੈ। ਇਹ ਕਿਹਾ ਗਿਆ ਹੈ, ਗਰੀਬ ਕੋ ਮਤ ਸਤਾ, ਗਰੀਬ रो देगा, रोएगा ही, ਹੋਰ ਕੀ ਕਰੇ। ਸੁਨੇਗਾ ਉਸਕਾ ਮਾਲਕ ਤੋ ਤੁਝ ਕੋ ਜੜ ਸੇ ਖੋ ਦੇਗਾ। ਉਹਦਾ ਮਾਲਕ ਸੁਣੂਗਾ ਜਿਹਨੂੰ ਤੂੰ ਦੁੱਖ ਦੇ ਰਿਹਾ, ਤੇਰੀ ਜੜ ਨਾਸ ਕਰ ਦੇਗਾ। ਨਿਰਬਲ ਕੋ ਨਾ ਸਤਾਈਏ ਜਾਂ ਕੀ ਮੋਟੀ ਹਾਂ। ਕਹਿੰਦੇ ਕਮਜ਼ੋਰ ਆਦਮੀ ਨੂੰ ਸਤਾਓ ਨਾ, ਉਹਦੀ ਜਿਹੜੀ ਅੰਦਰੋਂ ਹਾਂ ਹੂਕ ਪੈਂਦੀ ਨਾ ਮੋਟੀ ਹੈ। ਮੋਈ ਖਾਲ ਕੀ ਫੂਕ ਸੇ ਸਾਰ ਭਸ, ਜਿਹੜੀ ਉਹ ਧੌਂਕਣੀ ਹੁੰਦੀ ਨਾ ਲੋਹਾਰ ਦੀ, ਹੁੰਦੀ ਤਾਂ ਖਾ ਲਿਆ ਮਰੇ ਹੋਈ। ਜਿਲੇ ਹਵਾ ਦੀ ਜੱਗ ਤੇਜ਼ ਹੁੰਦੀ ਹੈ, ਜੋ ਪਾਓ ਭਸਮ ਹੋ ਜਾਂਦਾ ਨਾ। ਇਸ ਤਰ੍ਹਾਂ ਜਦੋਂ ਗਰੀਬ ਵੀ ਅੰਦਰੋਂ ਆਹ ਕੱਢਦਾ, ਪਰਮਾਤਮਾ ਫਿਰ ਸੁਣਦਾ ਅਤੇ ਜਿਹੜਾ ਜ਼ੁਲਮ ਕਰਦਾ ਉਹਦਾ ਨਾਸ ਹੋ ਜਾਂਦਾ। ਇਹ ਹਿੰਸਾ ਦੇ ਲਾਭ। ਇਹਦਾ ਪਾਲਣ ਕਰਨ ਨਾਲ ਬੈਰ ਭਾਵ ਚਲਾ ਜਾਂਦਾ ਹੈ। ਇਸ ਦੇ ਕਾਰਨ ਯੋਗੀ ਨਫ਼ਰਤ ਅਤੇ ਦੁਸ਼ਮਣੀ ਤੋਂ ਬਚਿਆ ਰਹਿੰਦਾ ਹੈ ਅਤੇ ਆਲੇ ਦੁਆਲੇ ਦਾ ਵਾਯੂਮੰਡਲ ਵੀ ਸ਼ਾਂਤ ਹੋ ਜਾਂਦਾ ਹੈ। ਇਹ ਜਿਹੇ ਯੋਗੀ ਦਾ ਕੋਈ ਬੁਰਾ ਨਹੀਂ ਕਰ ਸਕਦਾ। ਜੇ ਕੋਈ ਸ਼ੇਰ ਜਾਂ ਸੱਪ ਹਮਲਾ ਕਰਦਾ ਹੈ ਤਾਂ ਇਹ ਯੋਗੀ ਦੇ ਕੋਲ ਪਹੁੰਚਣ ਨਾਲ ਹੀ ਆਖਰੀ ਆਪਣੀ ਭਾਵਨਾ ਨੂੰ ਬਦਲ ਦਿੰਦਾ ਹੈ। ਯੋਗੀ ਦੀ ਅੱਖ ਵਿੱਚ ਇੰਨੀ ਤਸੀਰ ਹੁੰਦੀ ਹੈ ਕਿ ਉਹਦੀ ਪ੍ਰੇਮ ਭਰੀ ਦ੍ਰਿਸ਼ਟੀ ਨਾਲ ਵੱਡੇ ਵੱਡੇ ਭਿਆਨਕ ਜਾਨਵਰ ਵੀ ਪਿਆਰ ਕਰਨ ਲੱਗ ਜਾਂਦੇ ਹਨ। ਹਾਂਜੀ, ਇਹਨਾਂ 17 ਦੇ ਲੇਖਕ ਨੇ ਇੱਕ ਯੋਗੀ ਦੇ ਦਰਸ਼ਨ ਕੀਤੇ ਹਨ, ਜਿਨ੍ਹਾਂ ਨੇ ਵੱਡੇ ਵੱਡੇ ਸ਼ੇਰ ਆਪਣੇ ਦਰਵਾਜ਼ੇ 'ਤੇ ਬਿਠਾਏ ਹੋਏ ਸਨ। ਹੁਣ ਭਰਤਗੜ੍ਹ ਵਿੱਚ ਮਹਾਂਪੁਰਖ ਰਹਿੰਦੇ ਨੇ, ਸੀਤਾ ਰਾਮ ਜੀ ਬਰਾਗੀ ਸਾਧੂ ਸੀਗੇ, ਜੰਗਲ 'ਚ ਰਹਿੰਦੇ ਸੀ। ਕੁੰਡ ਬਣੇ ਹੋਏ ਸੀ, ਕੁੰਡਾਂ 'ਚ ਦੁੱਧ ਪਾਉਂਦੇ ਸੀ।
शेर बकरी ते गां एक कुंड च दुध पींदे सी। उन्हें तपस्या का इन्ना फालिया। जिले संतां ने हट साहब नींह रखी ना, उदों महापुरखों नूं लिआए सी, उवें जांदे ना किते भी, प्यार विच आ गए सी। ऐसे महापुरख सी। ये कुंड दुध पा देना, उत्थे बकरी शेर ते गां दुध पींदे सी। मतलब उन्होंने तपस्या का इन्ना प्रभाव, वो बैर भाव त्याग दिंदे सी। नंबर 1 2 7 देख के ਜਾਂ सुन के ਜਾਂ अंदाजे अनुसार जो महसूस होवे, ठीक उसे तरह भाव प्रगट करन लई प्यारे ਅਤੇ हितकर ਅਤੇ दूजे मन ਨੂੰ दुख ना देण वाले बचन बोलने सत है। भाव भले की भावना ना, कपट रहत प्यारे शब्दों में यथार्थ भाषण सत है। धोखे रहत विहार नूं ही सत समझना चाहिए है। सत दे लाभ, जदों जोगी पूरी तरह सच की पालना करता है ਤਾਂ ਉਸ ਵਿੱਚ ਵਰਦਾਨ ਆਸ਼ੀਰਵਾਦ ਜਾਂ ਸਰਾਪ ਦੇਣ ਦੀ ਸ਼ਕਤੀ ਆ ਜਾਂਦੀ ਹੈ। ਜਦੋਂ ਸੱਚ ਆ ਜਾਂਦਾ ਨਾ, ਤੇ ਉਹਦੀ ਜ਼ੁਬਾਨ 'ਚ ਵੀ ਤਾਕਤ ਆ ਜਾਂਦੀ, ਜੋ ਕਹਿ ਦਿੰਦਾ ਉਹ ਪੂਰਾ ਹੋ ਜਾਂਦਾ ਹੈ। ਭਾਵ ਉਸ ਵਿੱਚ ਐਸੀ ਸ਼ਕਤੀ ਆ ਜਾਂਦੀ ਹੈ ਕਿ ਉਹ ਆਪਣੀ ਜ਼ੁਬਾਨ ਤੋਂ ਜੋ ਕਹਿੰਦਾ ਹੈ ਸੱਚ ਹੋ ਜਾਂਦਾ ਹੈ। ਨੰਬਰ ਹਾਂਜੀ 1 ਤੇ 2 ਅੱਗੇ ਦੱਸੇ, 1 ਤੇ 3 ਹੁਣ ਅਸਤੇ ਦੂਸਰੇ ਦੀ ਚੀਜ਼ ਤੇ ਸਰੀਰ ਜਾਂ ਮਨ ਤੋਂ ਅਧਿਕਾਰ ਨਾ ਕਰਨਾ ਅਸਤੇ ਹੈ। ਵੀ ਉਹ ਫਲਾਨੀ ਚੀਜ਼ ਹੈ ਨਾ, ਦੇਖ ਕੇ ਵੀ ਹੁਣ ਮੈਨੂੰ ਮਿਲ ਜਾਣੀ ਚਾਹੀਦੀ। ਅਸਤੇ ਨਾਮ ਵੈਸੇ ਚੋਰੀ ਦਾ ਮਨ ਬਚਨ ਅਤੇ ਕਰਮ ਤੋਂ ਚੋਰੀ ਦਾ ਤਿਆਗ ਕਰਨਾ ਅਸਤੇ ਹੈ। ਦੂਸਰੇ ਦੇ ਹੱਕ ਨੂੰ ਖੋਹਣਾ, ਧੋਖੇ ਕਪਟ ਜਾਂ ਅਨਿਆਂ ਨਾਲ ਆਪਣਾ ਬਣਾਉਣਾ ਚੋਰੀ ਹੈ। ਇਸ ਵਿੱਚ ਸਰਕਾਰੀ ਟੈਕਸ ਚੋਰੀ ਕਰਨਾ, ਰਿਸ਼ਵਤ ਲੈਣਾ ਵੀ ਸ਼ਾਮਲ ਹੈ। ਭਾਵ ਕਿਸੇ ਦੂਸਰੇ ਦੀ ਚੀਜ਼ ਨੂੰ ਚੋਰੀ ਕਰਕੇ ਜਾਂ ਇਸ ਨੂੰ ਧੋਖੇ ਨਾਲ ਖੋਹ ਕੇ ਜਾਂ ਅਨਿਆਂ ਨਾਲ ਆਪਣੇ ਅਧਿਕਾਰ ਵਿੱਚ ਲੈਣਾ ਹੀ ਚੋਰੀ ਹੈ ਅਤੇ ਇਸ ਦਾ ਤਿਆਗ ਕਰਨਾ ਅਸਤੇ ਹੈ। ਚੋਰੀ ਨਾ ਕਰਨ ਅਸਤੇ ਦੇ ਫਾਇਦੇ, ਜਿਹਦਾ ਦਿਲ ਵਿੱਚ ਕਿਸੇ ਦੀ ਚੀਜ਼ ਚੋਰੀ ਕਰਨ ਜਾਂ ਗਲਤ ਢੰਗ ਨਾਲ ਹਜ਼ਮ ਕਰਨ ਦਾ ਵਿਚਾਰ ਨਹੀਂ ਆਉਂਦਾ, ਉਹਨੂੰ ਸਾਰਾ ਧਨ ਪ੍ਰਾਪਤ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਦੌਲਤ ਉਹਦੇ ਪੈਰਾਂ 'ਤੇ ਆ ਕੇ ਡਿੱਗਦੀ ਹੈ। ਜੇ ਕਿਸੇ ਦੇ ਧਨ ਦੀ ਇੱਛਾ ਨਹੀਂ ਰੱਖਦਾ, ਹਰ ਪਾਸੋਂ ਲੋਕ ਬੜੀ ਸ਼ਰਧਾ ਨਾਲ ਧਨ ਦੌਲਤ ਲਿਆ ਕੇ ਉਸ ਪਰਮਾਤਮਾ ਦੇ ਚਰਨ ਰੱਖ ਦਿੰਦੇ ਹਨ। ਅੱਗੇ ਉਹ ਇਸ ਨੂੰ ਲਵੇ ਜਾਣ ਨਾ, ਇਹ ਇੱਕ ਹੋਰ ਗੱਲ ਹੈ। ਹੁਣ ਆਪਣੇ ਮਹਾਰਾਜ ਉੱਥੇ ਡਮੇਲੀ ਆਏ ਹੋਏ ਸੀ, ਬਾਬੇ ਰਾਣੇ ਤੋਂ ਸਧਾਰਨ ਜੀ ਮੰਜੀ ਸੀ ਦੀ ਮਹਾਰਾਜ ਉੱਤੇ ਬਹਿ ਗਏ, ਅਤੇ ਸ਼੍ਰੀ ਪਿਤਾ ਜੀ ਵੀ ਸੀਗੇ। ਉਹਨਾਂ ਦੀ ਜੇ ਸੁਖਮਨੀ ਸਾਹਿਬ ਗੁਟਕਾ ਸੀ, ਅਤੇ ਮਹਾਰਾਜ ਨੇ ਦੇਖ ਲਿਆ, ਕਹਿਣ ਲੱਗੇ ਇਹ ਕੀ ਹੈ? ਕਹਿੰਦੇ ਮਹਾਰਾਜ ਗੁਟਕਾ ਸਾਹਿਬ ਹੈ ਸੁਖਮਨੀ। ਕਹਿੰਦੇ ਅੱਛਾ। ਇੱਕਦਮ ਜੋੜਾ ਲਾ ਕੇ ਖੜੇ ਹੋ ਗਏ। ਕਹਿੰਦੇ ਬੇਅਦਬੀ ਹੋ ਗਈ। ਕਹਿੰਦੇ ਇੱਥੇ ਬੈਠ। ਉਹ ਵੀ ਹੁਣ ਸਾਧੂਆਂ ਹੀ ਸੰਗਤ ਕੀਤੀ ਸੀ। ਕਹਿੰਦੇ ਮਹਾਰਾਜ ਫਿਰ ਗੁਟਕੇ ਦਾ ਅਦਬ ਕਰਨਾ, ਫਿਰ ਗੁਟਕਾ ਤੁਸੀਂ ਲੈ ਲਓ। ਮਹਾਰਾਜ ਨੂੰ ਗੁਟਕਾ ਕਹਿੰਦੇ ਨਹੀਂ, ਸੱਜੇ ਪਾਸੇ ਬਹਾਲ ਲਿਆ। ਕਹਿਣ ਲੱਗੇ ਕਿ ਬ੍ਰਹਮ ਗਿਆਨੀ ਦੀ ਅਸ਼ਟਪਦੀ ਕੱਢ। ਬ੍ਰਹਮ ਗਿਆਨੀ ਅਸ਼ਟਪਦੀ ਕੱਢ ਲਈ ਅਤੇ ਕਹਿੰਦੇ ਪੜ੍ਹ। ਅਤੇ ਮਹਾਰਾਜ ਹੁਣਾਂ ਨੇ ਸਾਰੀ ਅਸ਼ਟਪਦੀ ਦਾ ਫਿਰ ਨਾ ਅਰਥ ਸੁਣਾਇਆ। ਉਹ ਫਿਰ ਕਹਿਣ ਲੱਗੇ ਹਾਂਜੀ ਸ਼੍ਰੀ ਪਿਤਾ ਜੀ ਕਿ ਮਹਾਰਾਜ ਵੀ ਅਸੀਂ ਹੁਣ ਖੇਤੀਪਤੀ ਕਰਦੇ ਹਾਂ, ਕਈ ਵਾਰੀ ਸੱਪ ਸੁੱਪ ਨਿਕਲ ਆਉਂਦੇ ਆ, ਕਿ ਕਿਵੇਂ ਕਰਿਆ ਕਰੀਏ। ਕਹਿੰਦੇ ਵੀ ਜੇ ਤਾਂ ਬ੍ਰਹਮ ਸਮਝਦੇ ਹਾਂ ਫਿਰ ਤਾਂ ਨਹੀਂ। ਕਹਿੰਦੇ ਕਈ ਵਾਰੀ ਮਾਰਾ ਫਿਰ ਮਾਰੇ ਮੂਰੇ ਜਾਂਦੇ। ਕਹਿੰਦੇ ਵੀ ਜੇ ਤਾਂ ਬ੍ਰਹਮ ਹੈ ਫਿਰ ਤਾਂ ਹੈ ਅੱਗੇ, ਵੀ ਜਿਵੇਂ ਮੌਕਾ ਹੈ ਉਹ ਫਿਰ ਬਚਨ ਦਾ ਅਸਰ ਤਾਂ ਹੁੰਦਾ ਹੀ ਹੈ, ਉਹ ਨਹੀਂ ਫਿਰ ਅਮਲ ਹੁੰਦਾ ਹੀ ਆ ਮਹਾਂਪੁਰਖਾਂ ਦੇ ਬਚਨਾਂ ਦਾ। ਫਿਰ ਦੇਖ ਲਓ ਖੇਤੀਪਤੀ ਕਰਨੀ ਅਤੇ ਉਹ ਬਚਨ ਸੀ, ਕੋਲੇ ਤਿੱਤਰ ਵਟੇਰੇ ਸ਼ਹਿ ਸੱਪ ਸੁੱਪ ਘੁੰਮਦੇ ਰਹਿਣੇ। ਹਾਂਜੀ ਕਦੀ ਵੀ ਨਹੀਂ। ਮਤਲਬ ਜਾਨਵਰ ਵੀ ਸਮਝਦੇ ਆ ਵੀ ਇਹ ਸਾਡਾ ਬੁਰਾ ਨਹੀਂ ਕਰਦਾ, ਭਲਾ ਕਰਦਾ। ਉਹਨਾਂ 'ਚ ਵੀ ਬੀਜ ਮੰਤਰ ਸਰਬ ਕੋ ਗਿਆਨ ਹੈ ਤਾਂ ਚੇਤਨ ਕਲਾ ਉਹਨਾਂ 'ਚ ਵੀ ਉਹੋ ਹੀ ਆ। ਹਾਂਜੀ ਪਰ ਇਹ ਆ ਜੇ ਮਹਾਂਪੁਰਖਾਂ ਦੇ ਬਚਨ 'ਤੇ ਅਮਲ ਹੋ ਜਾਏ। ਹਾਂਜੀ ਹੁਣ ਇੱਥੇ ਆ ਕੂਕੇ ਆ, ਬਾਬੇ ਨੇ ਸ਼ਹਿਰੇ ਵਾਲਿਆਂ ਕਿਹਾ ਵੀ ਚੂਹਿਆਂ ਨੂੰ ਦਵਾਈ ਨਹੀਂ ਪਾਉਣੀ। ਉਹ ਕਹਿੰਦੇ ਅਸੀਂ ਦਵਾਈ ਨਹੀਂ ਪਾਈ, ਸਾਡੀ ਕਦੀ ਫਸਲ ਨਹੀਂ ਕੱਟੀ। ਬਾਬੇ ਨੇ ਸ਼ਹਿਰੇ ਵਾਲੇ ਹਾਂਜੀ ਬਾਬਾ ਹਰਨਾਮ ਸਿੰਘ ਜੀ ਤੋਂ ਬਚਨ ਦੀ ਆ। ਇਸ ਤਰ੍ਹਾਂ ਮਤਲਬ ਇਹ ਗੱਲਾਂ ਸੁਣੀਆਂ ਨੇ, ਇਹ ਪ੍ਰਤੱਖ ਵੀ ਹੈਗੀਆਂ। ਅੱਗੇ ਆ ਗਿਆ 1 ਤੋਂ ਹੁਣ 4 ਬ੍ਰਹਮਚਰਜ।
ਮਨ ਬਾਣੀ ਅਤੇ ਸਰੀਰ ਨਾਲ ਹੋਣ ਵਾਲੇ ਸਭ ਤਰ੍ਹਾਂ ਦੇ ਇਸਤਰੀ ਭੋਗ ਦਾ ਹਰ ਹਾਲਤ ਤੋਂ ਤਿਆਗ ਕਰਕੇ ਬੀਜ ਦੀ ਰੱਖਿਆ ਕਰਨੀ ਬ੍ਰਹਮਚਰਜ। ਬ੍ਰਹਮਚਰਜ ਦੀ ਰੱਖਿਆ ਲਈ ਜ਼ਰੂਰੀ ਹੈ ਕਿ ਸਾਧਕ ਕਾਮ ਪੈਦਾ ਕਰਨ ਵਾਲੇ ਪਦਾਰਥ ਨਾ ਖਾਵੇ, ਕੋਈ ਐਸੀ ਚੀਜ਼ ਨਾ ਦੇਖੇ, ਨਾ ਸੁਣੇ ਜਾਂ ਨਾ ਪੜ੍ਹੇ ਜੋ ਕਾਮ ਨੂੰ ਭੜਕਾਉਂਦਾ ਹੈ। ਨਾ ਹੀ ਮਨ ਵਿੱਚ ਐਸੇ ਵਿਚਾਰ ਲਿਆਵੇ ਜਿਸ ਨਾਲ ਕਾਮ ਵਧੇ, ਨਾ ਹੀ ਇਸਤਰੀ ਦਾ ਸੰਗ ਕਰੇ ਅਤੇ ਇਸਤਰੀਆਂ ਵਿੱਚ ਆਸਕਤ ਪੁਰਖ ਦਾ ਸੰਗ ਵੀ ਨਾ ਕਰੇ। ਜਿਹੜਾ ਜ਼ਿਆਦਾ ਇਹਨਾਂ 'ਚ ਬਹਿੰਦਾ ਨਾ, ਉਹ ਵੀ ਫਿਰ ਮਨ ਚੰਚਲ ਹੁੰਦਾ, ਉਹਨਾਂ 'ਤੇ ਕਾਬੂ ਪਾਉਣਾ ਚਾਹੀਦਾ। ਬ੍ਰਹਮਚਰਜ ਦੇ ਲਾਭ ਇਸ ਤਰ੍ਹਾਂ ਦਾ ਪੂਰੀ ਤਰ੍ਹਾਂ ਪਾਲਣ ਕਰਨ ਨਾਲ ਬੀਰਜ ਨੂੰ ਲਾਭ ਹੁੰਦਾ ਹੈ। ਬਿਨਾਂ ਬੀਰਜ ਤੋਂ ਯੋਗ ਵਰਗੇ ਉੱਚੇ ਪਹਾੜ ਉੱਤੇ ਚੜ੍ਹਨਾ ਸੰਭਵ ਹੈ, ਕਿਉਂਕਿ ਜੇ ਗ੍ਰਸਤੀ ਵੀ ਉਹਨੂੰ ਸੰਜਮੀ ਜੀਵਨ ਬਣਾਉਣਾ ਪਵੇਗਾ। ਜੇ ਬ੍ਰਹਮਚਰਜ ਦਾ ਵਰਤ ਪਾਲਣ ਨਹੀਂ ਕਰਦਾ, ਜਿਵੇਂ ਪਹਾੜ 'ਤੇ ਚੜ੍ਹਨਾ ਔਖਾ ਨਾ, ਉਹਨੂੰ ਫਿਰ ਭਜਨ ਕਰਨਾ ਜਾਂ ਦਸਮ ਦੁਆਰ ਪਹੁੰਚਣਾ ਜਾਂ ਮੰਜ਼ਿਲ ਪ੍ਰਾਪਤ ਕਰਨੀ ਬਹੁਤ ਔਖੀ ਹੈ। ਭੋਗੀ ਇੱਕ ਜੋਗੀ ਨਹੀਂ ਬਣ ਸਕਦਾ, ਅਤੇ ਜੋ ਜੋਗੀ ਨਹੀਂ ਹਨ ਉਹਨਾਂ ਨੂੰ ਸਮਾਧੀ ਕਦੀ ਪ੍ਰਾਪਤ ਨਹੀਂ ਹੋ ਸਕਦੀ, ਕਿਉਂਕਿ ਸਮਾਧੀ ਵਿੱਚ ਬੀਰਜ ਦਾ ਤੇਲ ਬਲਦਾ ਹੈ। ਜਿਵੇਂ ਤੇਲ ਨਾਮ ਬੱਤੀ ਦੀਵਾ ਜਗਦਾ ਨਾ, ਬੀਰਜ ਨਾਮ ਹੈ ਬਲ ਦਾ, ਇੱਕ ਸ਼ਕਤੀ ਦਾ। ਜਿਵੇਂ ਸਤੀਰ ਹੈ, ਸਤੀਰ ਦੇ ਆਸਰੇ ਛੱਤ ਖੜੀ ਹੈ ਨਾ, ਜਿਹਦੇ ਆਸਰੇ ਸਾਡਾ ਸਰੀਰ ਖੜਾ। ਅਤੇ ਜਿਹੜਾ ਬੰਦਾ ਕਾਮੀ ਆ, ਬ੍ਰਹਮਚਰਜ ਨਸ਼ਟ ਕਰਦਾ, ਉਹਦੇ ਸਰੀਰ ਦੀ ਐਨਰਜੀ ਨਸ਼ਟ ਹੋ ਜਾਂਦੀ ਹੈ, ਉਹ ਕਿਸੇ ਕੰਮ 'ਚ ਕਾਮਯਾਬ ਨਹੀਂ। ਜਿਹੜੇ ਬੜੇ ਬੜੇ ਪਹਿਲਵਾਨ, ਦਾਰਾ ਪਹਿਲਵਾਨ ਸੀ ਨਾ, ਇਹਨੂੰ ਸ਼ੌਕ ਸੀ ਘੁਲਣ ਦਾ, ਅਤੇ ਮਾਤਾ ਨੇ ਬੜੀਆਂ ਖੁਰਾਕਾਂ ਦਿੱਤੀਆਂ, ਫਿਰ ਇਹ ਫਿੱਟ ਹੈ ਗਿਆ। ਫਿਰ ਮਾਤਾ ਹੋਇਆ ਕਹਿੰਦੇ ਤੇ ਮੇਰਾ ਖਲਾਇਆ ਸਾਰਾ ਹੀ ਗੰਦ ਬਣਾਤਾ, ਕੋਈ ਗੁਰੂ ਬਣਾ, ਗੁਰੂ ਉਵੇਂ ਨਹੀਂ ਕੋਈ ਚੀਜ਼ ਆਉਂਦੀ। ਫਿਰ ਕਿਸੇ ਉਸਤਾਦ ਪਹਿਲਵਾਨ ਕੋ ਗਿਆ, ਉਹਨੇ ਫਿਰ ਕਿਹਾ ਵੀ ਦੇਖ ਲਾ, ਇਹ ਤਾਂ ਮਿੱਟੀ 'ਚ ਮਿੱਟੀ ਹੋਣਾ ਪੈਣਾ, ਮੈਂ ਨਹੀਂ ਭਲਵਾਨੀਆਂ ਆਉਂਦੀਆਂ ਹੈਂ। ਅਤੇ ਕਹਿੰਦਾ ਜੀ ਜੋ ਹੁਕਮ ਕਰੋ। ਕਹਿੰਦੇ ਫਿਰ ਕੱਸ ਕੇ ਲੰਗੋਟਾ ਬੰਨ੍ਹ ਲਾ। ਕਹਿੰਦਾ ਜੀ ਲੰਗੋਟਾ ਤਾਂ ਬੰਨਿਆ, ਕੈਂਚ ਵੀ ਪਾਈ ਆ ਉੱਤੇ। ਕਹਿੰਦੇ ਇਹ ਨਹੀਂ, ਬ੍ਰਹਮਚਰਜ ਦਾ, ਬ੍ਰਹਮਚਾਰੀ ਬਣ ਜਾ ਪੂਰਾ ਹੈਂ, ਫਿਰ ਮੇਰੇ ਨਾਲ ਗੱਲ ਕਰੀ। ਫਿਰ ਕਹਿੰਦੇ 7 ਵਜਨ। ਫਿਰ ਗਿਆ ਅਤੇ ਫਿਰ ਹੁਣ ਮਿੱਟੀ ਜਿਹੜੀ ਹੁੰਦੀ ਆ ਗੁੱਡ ਕੇ ਤੇਲ ਪਾ ਕੇ ਬਣਾਈ ਹੁੰਦੀ ਨਾ, ਉੱਥੇ ਫਿਰ ਮਾਰ ਕੇ ਅੱਡੀਆਂ ਪੈਰ ਪਿੰਡਾ ਛਿੱਲਦੇ ਪੂਰੇ ਪਹਿਲਵਾਨ। ਹਾਂਜੀ, ਦਾਗ ਕਾਜਲ ਦੱਸਦੇ ਆ, ਮਰੋੜਦੇ ਆ। ਹਾਂਜੀ, ਫੇਰ ਦੇਖ ਲਓ। ਹਾਂਜੀ, ਉਸਤਾਦ ਦੀ ਮਾਰ ਖਾਧੀ ਅਤੇ ਰੁਸਤਮੇ ਹਿੰਦ ਬਣ ਗਿਆ। ਇਹ ਬ੍ਰਹਮਚਰਜ ਦਾ ਬਲ ਸੀ ਸਾਰੀ ਦੁਨੀਆ 'ਤੇ। ਹਾਂਜੀ, ਰੁਸਤਮੇ ਹਿੰਦ ਬਣਿਆ ਦਾਰਾ। ਇਹ ਹੈ ਬ੍ਰਹਮਚਰਜ ਦੀ ਸ਼ਕਤੀ। ਹੁਣ ਭੀਸ਼ ਪਿਤਾਮਹ ਬ੍ਰਹਮਚਾਰੀ ਸੀ। 18 ਦਿਨ ਮਹਾਂਭਾਰਤ ਦਾ ਯੁੱਧ ਹੋਇਆ, 12 ਦਿਨ ਇੱਕ ਫਰੰਟ 'ਤੇ ਲੜਿਆ। ਬਾਬਾ ਦੀਪ ਸਿੰਘ ਬਾਲ ਜੋਤੀ ਸੀ, ਤਲੀ 'ਤੇ ਸਿਰ ਲੈ ਕੇ ਲੜਿਆ। ਗੱਲ ਤਾਂ ਸਾਰੇ ਕਰਦੇ ਆ, ਉਦੋਂ ਸਿੱਖਿਆ ਨਹੀਂ ਲੈਂਦੇ। ਅਤੇ ਬਾਬਾ ਦੀਪ ਸਿੰਘ ਜਿਹੜਾ ਸੀ, ਵੀ ਉਹਦੇ ਜੀਵਨ ਤੋਂ ਸਿੱਖਿਆ ਲੈ ਕੇ ਅਸੀਂ ਵੀ ਬ੍ਰਹਮਚਾਰੀ ਬਣੇ ਹੈਂ, ਇੱਧਰ ਨਹੀਂ। ਹੁਣ ਅੱਗੇ ਦੱਸਦੇ ਆ 1 ਤੋਂ 5 ਅਪਰਿਗ੍ਰਹਿ। ਇਹ ਪੰਜਵਾਂ ਆ ਗਿਆ ਨਾ। ਗ੍ਰਹਿ ਦੇ ਤਿਆਗ ਦਾ ਨਾਂ ਅਪਰਿਗ੍ਰਹਿ ਹੈ, ਭਾਵ ਸਰੀਰ ਦੇ ਨਿਰਵਾਹ ਤੋਂ ਇਲਾਵਾ ਫਾਲਤੂ ਹਾਂਜੀ ਭੋਗ ਸਮੱਗਰੀ ਨੂੰ ਇਕੱਠਾ ਨਾ ਕਰਨਾ, ਆਪਣੀਆਂ ਜ਼ਰੂਰਤਾਂ ਨੂੰ ਹੋਰ ਵਧਾਉਣਾ ਅਤੇ ਹਰ ਚੀਜ਼ ਵੱਲ ਲਾਲਚ ਭਰੀ ਨਜ਼ਰ ਨਾਲ ਦੇਖਣਾ ਪਰਿਗ੍ਰਹਿ ਹੈ। ਇੰਦਰੀਆਂ ਦੇ ਭੋਗ ਤੋਂ ਚਿੱਤ ਹਟਾਉਣਾ ਅਤੇ ਭੋਗ ਵਿਲਾਸ ਦੇ ਸਾਧਨ ਤੋਂ ਦੂਰ ਰਹਿਣਾ ਅਤੇ ਅਪਰਾਮਤਾ ਭਾਵ ਰਾਗ ਅਤੇ ਤਿਆਗ ਧਾਰਨ ਕਰਨਾ ਅਪਰਿਗ੍ਰਹਿ ਹੈ। ਇਸ ਤਰ੍ਹਾਂ ਇੰਦਰੀਆਂ ਨੂੰ ਮਾੜੇ ਰਾਹ ਤੋਂ ਰੋਕਣਾ ਅਪਰਿਗ੍ਰਹਿ ਹੈ। ਜੋ ਮਨੁੱਖ ਸੰਸਾਰ ਭਰ ਦੀ ਹਾਂਜੀ ਭੋਗ ਸਮੱਗਰੀ ਨੂੰ ਇਕੱਠੀ ਕਰਿਆ ਬੈਠਾ ਹੈ, ਇੱਥੇ ਅਸ਼ੁੱਧ ਛਪ ਗਿਆ ਅਤੇ ਇੱਥੇ ਹਾਂਜੀ ਅਤੇ ਇਕੱਠੀ ਕਰੀ ਬੈਠਾ ਹੈ ਅਤੇ ਔਰ ਵੱਖ-ਵੱਖ ਤਰ੍ਹਾਂ ਦੇ ਅਡੰਬਰ ਖੜ੍ਹੇ ਕਰਕੇ ਆਪਣੇ ਚਿੱਤ ਨੂੰ ਖੁਸ਼ ਕਰ ਰਿਹਾ ਹੈ, ਉਹ ਯੋਗ ਦਾ ਅਧਿਕਾਰੀ ਨਹੀਂ। ਯੋਗ ਦੇ ਲਈ ਤਾਂ ਵਿਰਾਗ ਅਤੇ ਤਿਆਗ ਦੀ ਜ਼ਰੂਰਤ ਹੈ, ਨਾ ਕਿ ਇਕੱਠਾ ਕਰਨ ਦੀ। ਇਸ ਲਈ ਸਾਧੂ ਨੂੰ ਚਾਹੀਦਾ ਹੈ ਕਿ ਇੰਨੇ ਕੁ ਪਦਾਰਥ ਨਾਲ ਹੀ ਸੰਤੋਖ ਕਰੇ ਜਿੰਨੇ ਬਹੁਤ ਜ਼ਰੂਰੀ ਹੋਣ, ਤਾਂ ਕਿ ਫਾਲਤੂ ਪਦਾਰਥ ਨੂੰ ਇਕੱਠਾ ਕਰਨ ਵਿੱਚ ਹਿੰਸਾ ਆਦਿ ਪਾਪ ਨਾ ਕਰਨਾ ਪਵੇ। ਅਪਰਿਗ੍ਰਹਿ ਦਾ ਅਸਲੀ ਅਰਥ ਦੇਹ ਭਾਵ ਦਾ ਖਤਮ ਹੋਣਾ ਹੈ,
क्योंकि देह ही मुख परिग्रह है। ये देह वास्ते इकट्ठा करते हैं। आओ हम सगा वो इकट्ठा करी गया माया सी, फिर चिट्टे वाल तुर पिया, हुण जेल जाना पिया। की खटिया? इन्ना धन दौलत सब कुछ सी, फिर हुंदा होर आ जा, होर आ जा। ये पुठे कंमां दा आसरा लैंदे, ਉਹਦਾ फल फिर दुख ही हुंदा। परिग्रह ਦੇ ਲਾਭ ਮਹਾਰਿਸ਼ੀ ਪਤੰਜਲੀ ਜੀ ਕਹਿੰਦੇ ਹਨ ਕਿ परिग्रह ਦਾ ਭਾਵ ਤਿਆਗ ਨੂੰ ਸਾਧ ਲਿਆ ਹੈ। ਉਹ ਜਾਣ ਸਕਦਾ ਹੈ ਕਿ ਮੇਰਾ ਇਹ ਜਨਮ ਕਿਉਂ ਹੋਇਆ ਹੈ ਅਤੇ ਕਿਵੇਂ ਹੋਇਆ ਹੈ, ਮੈਂ ਕੀ ਕੀਤਾ ਸੀ ਕਿ ਜਿਸ ਨੂੰ ਭੁਗਤਣ ਲਈ ਇਹ ਜਨਮ ਮਿਲਿਆ ਹੈ। ਜਨਮ ਤਾਂ ਮਿਲਿਆ ਸੀ ਰੱਬ ਨੂੰ ਮਿਲਣ ਲਈ। ਇਸ ਨਾਲ ਪਿਛਲੇ ਜਨਮਾਂ ਦਾ ਹੀ ਨਹੀਂ ਸਗੋਂ ਆਉਣ ਵਾਲੇ ਜਨਮ ਦਾ ਵੀ ਪੂਰਾ ਗਿਆਨ ਪ੍ਰਾਪਤ ਕਰ ਸਕਦਾ। ਮਨੁੱਖ ਇਹ ਕਰ ਸਕਦਾ, ਪਸ਼ੂ ਪੰਛੀ ਤਾਂ ਨਹੀਂ। ਪਸ਼ੂ ਜਿਹੜੇ ਆ, ਹੁਣ ਬੰਦਾ ਆ ਪਾਣੀ ਨਹੀਂ ਬੋਰ ਕਰਕੇ ਪਾਣੀ ਕੱਢ ਕੇ ਪੀ ਲੂ, ਪਸ਼ੂ ਕੀ ਕਰਨਗੇ? ਹੈਂ, ਅੱਜ ਜਹਾਜ਼ ਅੜਾਈ ਫਿਰ ਦੇਖ, ਇਹ ਮਨੁੱਖਾਂ ਨਹੀਂ ਹੈ ਐਡੀਆਂ ਕਾਢਾਂ, ਪਸ਼ੂ ਨੂੰ ਥੋੜ੍ਹੀ ਕੱਢ ਲੈਣੀ। ਅਤੇ ਰੱਬ ਨੂੰ ਮਿਲਣ ਦਾ ਭਾਵ ਵੀ ਮਨੁੱਖ ਇਹ ਕਰ ਸਕਦਾ, ਪਸ਼ੂ ਪੰਛੀ ਨੇ। ਇਹ ਜਨਮ ਮਿਲਿਆ, ਪਰ ਜਿਹੜੇ ਨਿਆਣੇ ਸੰਤਾਨ ਪੈਦਾ ਕਰਦੀ ਉਹ ਪਸ਼ੂ ਪੰਛੀ ਵੀ ਪੈਦਾ ਕਰੀ ਜਾਂਦੇ ਆ। ਹਾਂਜੀ, ਅਤੇ ਜੇ ਇਹ ਇੱਕ ਮੁੱਖ ਸਾਧਨ ਮੰਨ ਲਿਆ ਅਤੇ ਫਿਰ ਤਾਂ ਮਨੁੱਖ ਦਾ ਅਤੇ ਪਸ਼ੂ ਦਾ ਕੋਈ ਫਰਕ ਹੀ ਨਹੀਂ ਰਿਹਾ। ਸੋ ਇਸ ਕਰਕੇ ਦੱਸਦੇ ਆ ਕਿ ਮੈਂ ਕੀ ਕੀਤਾ ਸੀ ਕਿ ਜਿਹਨੂੰ ਭੁਗਤਣ ਲਈ ਇਹ ਜਨਮ ਮਿਲਿਆ ਹੈ। ਇਸ ਨਾਲ ਪਿਛਲੇ ਜਨਮ ਦਾ ਹੀ ਨਹੀਂ ਸਗੋਂ ਆਉਣ ਵਾਲੇ ਜਨਮ ਦਾ ਪੂਰਾ ਗਿਆਨ ਪ੍ਰਾਪਤ ਕਰ ਸਕਦਾ ਹੈ, ਕਿਉਂਕਿ ਤਿਆਗ ਦਾ ਆਤਮਾ ਨਾਲ ਸੰਬੰਧ ਹੁੰਦਾ ਹੈ। ਪਰ ਭੋਗੀ ਮਨੁੱਖ ਆਤਮਾ ਨੂੰ ਨਹੀਂ ਜਾਣ ਸਕਦਾ। ਜਿਸ ਨੇ ਤਿਆਗ ਨਹੀਂ ਕੀਤਾ, ਜਿਸ ਨੇ ਆਪਣੀਆਂ ਸਰੀਰਕ ਲੋੜਾਂ ਨੂੰ ਘੱਟ ਨਹੀਂ ਕੀਤਾ, ਉਹ ਇਸ ਭਾਰੀ ਗੱਡੀ ਨੂੰ ਆਤਮਾ ਦੇ ਸਭ ਤੋਂ ਉੱਚੇ ਸਥਾਨ ਤੱਕ ਨਹੀਂ ਲਿਜਾ ਸਕਦਾ। ਇਸ ਲਈ ਭੋਗਾਂ ਦਾ ਤਿਆਗ ਕਰਨਾ ਹੋਵੇਗਾ। ਸਭ ਹਾਂਜੀ ਬੋਝ ਲਾ ਕੇ ਹਲਕੇ ਹੋ ਕੇ ਚੱਲਣਾ ਹੋਵੇਗਾ। ਉਹ ਜਿਵੇਂ ਇੱਕ ਪਿੰਡ ਸੀ, ਉੱਥੇ ਨਦੀ ਨੁਕਸਾਨ ਬਹੁਤ ਕਰਦੀ ਸੀ। ਉਹ ਪਿੰਡ ਦੇ ਲੋਕ ਫਿਰ ਨਾ ਰਿਹਾਇਸ਼ ਉੱਚੇ ਥਾਂ ਕਿਤੇ ਲੈ ਗਏ। ਉਹ ਨਦੀ ਦੀ ਬਾੜ ਬਹੁਤ ਆ ਗਈ। ਜਿਲੇ ਆਈ ਉਹ ਨਹੀਂ ਕਿਹਾ ਵੀ ਨਿਕਲੀਏ। ਹਾਂਜੀ, ਬਾਕੀ ਦਾ ਤਰ ਕੇ ਜਾ ਰਿਹਾ। ਇੱਕ ਜਿਹੜਾ ਵੱਡਾ ਤਰਾਕ ਸੀ ਉਹ ਪਿੱਛੇ ਰਹਿ ਗਿਆ। ਉਹ ਕਹਿੰਦੇ ਤੂੰ ਤਾਂ ਵੱਡਾ ਤਰਾਕ ਸੀ, ਕਿਵੇਂ ਰਹਿ ਗਿਆ? ਕਹਿੰਦਾ ਮੈਂ 2000 ਸੋਨੇ ਦੀਆਂ ਮੋਹਰਾਂ ਪਿੱਠ 'ਤੇ ਬੰਨੀਆਂ। ਕਹਿੰਦੇ ਤੂੰ ਹੁਣ ਡੁੱਬ ਜਾਏਗਾ, ਸਿੱਟ ਦੇ। ਕਹਿੰਦਾ ਮਸੀਂ ਤਾਂ ਮੈਂ ਇਕੱਠੀਆਂ ਕੀਤੀਆਂ। ਕਹਿੰਦੇ ਫਿਰ ਚੰਗਾ ਡੁੱਬੀ ਜਾ। ਉਹਨੂੰ ਇਹ ਨਹੀਂ ਵੀ ਸਰੀਰ ਦੀ ਕੀਮਤ ਜ਼ਿਆਦੀ ਆ ਜਾਂ ਮੋਹਰਾਂ ਦੀ ਜ਼ਿਆਦੀ ਆ। ਇਹ ਮੋਹਰਾਂ ਦਾ ਭਾਰ ਉੱਤੇ ਚੱਕਿਆ ਤੇ ਡੁੱਬੇਗਾ ਹੀ, ਪਰ ਉਹ ਮਾਇਆ ਨਾਲ ਪਿਆ ਰਿਹਾ, ਆਪਣੀ ਜ਼ਿੰਦਗੀ ਨਾਲ ਨਹੀਂ। ਅੱਜ ਵੀ ਲੋਕ ਮਾਇਆ ਵਾਸਤੇ ਆਪਣੇ ਜੀਵਨ ਨੂੰ ਕਿਵੇਂ ਗਾਲੀ ਜਾਂਦੇ ਆ, ਪੁੱਠੀਆਂ ਕੰਮਾਂ 'ਚ ਪੈ ਪੈ ਕੇ। ਫਿਰ ਲੇਖਾ ਤਾਂ ਦੇਣਾ ਹੀ ਪੈਂਦਾ। ਸੋ ਇਸ ਕਰਕੇ ਕਹਿੰਦੇ ਭੋਗਾਂ ਦਾ ਤਿਆਗ ਕਰਨਾ ਹੋਵੇਗਾ ਅਤੇ ਸਭ ਬੋਝ ਲਾ ਕੇ ਹਲਕੇ ਹੋ ਕੇ ਚੱਲਣਾ ਪਏਗਾ। ਯਾਦ ਰੱਖੋ, ਚੜ੍ਹਾਈ ਵਿੱਚ ਜਿੰਨਾ ਸਮਾਨ ਘੱਟ ਹੋਵੇਗਾ ਉਨਾ ਹੀ ਆਨੰਦ ਨਾਲ ਰਹੋ, ਆਨੰਦ ਵਿੱਚ ਰਹੋਗੇ। ਸੰਸਾਰ ਦੇ ਭੋਗਾਂ ਨੂੰ ਤਿਆਗ ਦੇਣ ਨਾਲ ਸੱਚਾ ਗਿਆਨ ਹੋ ਜਾਂਦਾ ਹੈ ਅਤੇ ਇਸ ਨਾਲ ਉਸ ਨੂੰ ਜਨਮ ਜਨਮਾਂਤਰਾਂ ਦਾ ਵੀ ਗਿਆਨ ਹੋ ਜਾਂਦਾ ਹੈ। ਇਸ ਲਈ ਧਨ ਜਾਂ ਭੋਗ ਸਮੱਗਰੀ ਇਕੱਠੀ ਕਰਨ ਦੀ ਇੱਛਾ ਨਾ ਹੋਵੇ। ਜੋ ਪਰਮਾਤਮਾ ਦੇਵੇ ਉਸੇ 'ਤੇ ਗੁਜ਼ਾਰਾ ਕਰੋ। ਅਪਰਿਗ੍ਰਹਿ ਦੇ ਸਥਿਰ ਹੋ ਜਾਣ ਨਾਲ ਵਿਸ਼ਿਆਂ ਤੋਂ ਉਦਾਸੀਨਤਾ ਜਾਂ ਅਪਰਤੀ ਅਤੇ ਬਰਾਗ, ਅਪਰਤੀ ਕਹਿ ਦਿਓ ਜਾਂ ਬਰਾਗ ਕਹਿ ਦਿਓ, ਬਰਾਗ ਹੋ ਜਾਂਦਾ ਹੈ। ਇਸ ਨਾਲ ਮਨ ਦਾ ਸੰਜਮ ਹੋ ਜਾਂਦਾ ਹੈ। ਜਮਾਂ ਦਾ ਪਾਲਣ ਕਰਨ ਦੇ ਲਾਭ। ਇਹਨਾਂ 5 ਜਮਾਂ ਦਾ ਪਾਲਣ ਕਰਨ ਨਾਲ ਦਿਲ ਦੀ ਸਫਾਈ ਹੁੰਦੀ ਹੈ ਅਤੇ ਮਨੁੱਖ ਮੋਕਸ਼ ਦੇ ਕੋਲ ਪਹੁੰਚ ਜਾਂਦਾ ਹੈ। ਇਹ ਸੰਗ ਨੂੰ ਠੀਕ ਠੀਕ ਪਾਲਣ ਕਰਨ ਨਾਲ ਉਪਾਸਨਾ ਦਾ ਬੀਜ ਬੀਜਿਆ ਜਾਂਦਾ ਹੈ। ਹੁਣ ਇਹ ਤੁਹਾਨੂੰ ਮੈਂ ਦੱਸਦਾ, ਅਤੇ ਅੱਜ ਕੱਲ੍ਹ ਡੇਰਿਆਂ ਗੁਰਦੁਆਰਿਆਂ 'ਚ ਵਿੱਦਿਆ ਰਹਿ ਗਈ ਆ। ਇਹੀ ਆ, ਪਬਲੋਂ ਮਾਇਆ ਆਈ ਜਾਂਦੀ ਆ। ਚੰਗੀਆਂ ਇਮਾਰਤਾਂ ਬਣਾ ਲਓ ਜਾਂ ਸੰਖ ਮਰਮਰ ਲਾ ਲਓ ਜਾਂ ਬੜ ਬੜੀਆਂ ਗੱਡੀਆਂ ਲੈ ਲਓ, ਆਹੀ ਕੁਛ ਰਹਿ ਗਿਆ। ਇਹ ਪੜ੍ਹਾਈ ਤਾਂ ਖਤਮ ਹੋ ਗਈ। ਜਿਹੜੀਆਂ ਗੁਰੂਕੁਲਾਂ ਸੀਆਂ ਉਹਨਾਂ ਵਿੱਚ ਉਹ ਸਾਧੂ ਵਿਦਵਾਨ ਹੁੰਦੇ ਸੀ, ਕਮਾਈ ਕਰਦੇ ਸੀ। ਉਹ ਫਿਰ ਸੇਵਾਦਾਰਾਂ ਨੂੰ ਇਹ ਸਿੱਖਿਆ ਦਿੰਦੇ ਸੀ। ਹੁਣ ਉਹ ਅਸਥਾਨਾਂ 'ਤੇ ਸਿੱਖਿਆ ਨਾ ਹੋਣ ਕਰਕੇ ਲੜਾਈ ਝਗੜੇ ਫਸਾਦ ਮੁਕੱਦਮੇ ਬਾਜ਼ੀਆਂ ਚੱਲਣ ਡਈਆਂ ਤੁਹਾਡੇ ਸਾਹਮਣੇ ਹੀ ਆ ਕਿ ਨਹੀਂ। ਉਹ ਮਾਇਆ ਵਾਸਤੇ ਸਾਰੇ ਅਡੰਬਰ ਹੋ ਰਹੇ ਜਿੰਨੀਆਂ ਹੇਰਾ ਫੇਰੀਆਂ। ਅਤੇ ਹੁਣ ਇਹ ਪਾਸਾ ਛੱਡ ਦਿੱਤਾ। ਨਾ ਤਾਂ ਬ੍ਰਹਮ ਵਿਦਿਆ ਵੱਲ ਧਿਆਨ ਆ, ਆਤਮਾ ਗਿਆਨ ਵਾਲਾ, ਨਾ ਕੋਈ ਭਜਨ ਬਾਣੀ ਕਰਦਾ, ਨਾ ਕੋਈ ਇਹ ਚੀਜ਼ ਆ। ਉਹ ਚੀਜ਼ ਲੋਪ ਹੋ ਗਈ ਨਾ, ਇਸੇ ਕਰਕੇ ਸਾਡਾ ਪਤਨ ਹੋ ਰਿਹਾ, ਦਿਨੋਂ ਦਿਨ ਥੱਲੇ ਜਾ ਰਹੇ। ਇਹਨਾਂ 5 ਨਿਯਮਾਂ ਦਾ ਪਾਲਣ ਕਰਨ ਨਾਲ ਦਿਲ ਦੀ ਸਫਾਈ ਹੁੰਦੀ ਹੈ ਅਤੇ ਮਨੁੱਖ ਮੋਕਸ਼ ਦੇ ਕੋਲ ਪਹੁੰਚ ਜਾਂਦਾ ਹੈ। ਇਹ ਸੰਗ ਨੂੰ ਠੀਕ ਠੀਕ ਪਾਲਣ ਕਰਨ ਨਾਲ ਉਪਾਸਨਾ ਦਾ ਬੀਜ ਬੀਜਿਆ ਜਾਂਦਾ ਹੈ। ਜੋ ਇਹਨਾਂ ਜਮਾਂ ਨੂੰ ਠੁਕਰਾਉਂਦੇ ਹਨ
ਉਹ ਇਹ ਯੋਗ ਦੇ ਰਾਜਮਾਰਗ ਤੋਂ ਭਟਕ ਕੇ ਅਗਿਆਨ ਦੀ ਦਲਦਲ 'ਚ ਫਸ ਜਾਂਦੇ ਹਨ। ਇਹਨਾਂ ਜਮਾਂ ਦਾ ਸਭ ਸਥਾਨ, ਸਭ ਸਮਾਂ, ਸਭ ਦੇ ਨਾਲ ਤੇ ਸਭ ਮੌਕਿਆਂ 'ਤੇ ਸਮਾਨ ਭਾਵਨਾ ਪਾਲਣ ਕਰਨ ਨਾਲ ਇਹ ਮਹਾਨ ਵਰਤ ਹੋ ਜਾਂਦੇ ਹਨ। ਜਿਵੇਂ ਕੋਈ ਨਿਯਮ ਕਰੇ ਕਿ ਮੱਛਲੀ ਨੂੰ ਛੱਡ ਕੇ ਬਾਕੀ ਜਾਤੀ ਦੀ ਅਹਿੰਸਾ ਹੈ। ਜੇਕਰ ਕੋਈ ਕਹੇ ਕਿ ਮੈਂ ਤੀਰਥਾਂ ਵਿੱਚ ਹਿੰਸਾ ਨਹੀਂ ਕਰਾਂਗਾ ਤਾਂ ਇਹ ਇੱਕ ਖਾਸ ਦੇਸ਼ ਦੀ ਹੀ ਅਹਿੰਸਾ ਹੈ। ਜੇਕਰ ਕੋਈ ਕਹੇ ਮੈਂ ਇਕਾਦਸ਼ੀ ਨੂੰ ਹਿੰਸਾ ਨਹੀਂ ਕਰੂੰਗਾ ਤਾਂ ਇਹ ਇੱਕ ਕਾਲ ਦੀ ਅਹਿੰਸਾ ਹੈ। ਜੇਕਰ ਕੋਈ ਕਹੇ ਮੈਂ ਵਿਆਹ ਦੇ ਸਿਵਾ ਹੋਰ ਕਿਸੇ ਮੌਕੇ 'ਤੇ ਹਿੰਸਾ ਨਹੀਂ ਕਰਾਂਗਾ ਤਾਂ ਖਾਸ ਮੌਕੇ ਨੂੰ ਛੱਡ ਕੇ ਬਾਕੀ ਮੌਕਿਆਂ 'ਤੇ ਅਹਿੰਸਾ ਦਾ ਪਾਲਣ ਕਰਨਾ ਹੈ। ਇਸ ਤਰ੍ਹਾਂ ਬਾਕੀ ਜਮਾਂ ਦਾ ਭੇਦ ਸਮਝ ਲੈਣਾ ਚਾਹੀਦਾ ਹੈ, ਪਰ ਸਾਧਕ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਸਗੋਂ ਇਹਨਾਂ ਜਮਾਂ ਦਾ ਸਭ ਦੇ ਨਾਲ ਅਤੇ ਸਮੇਂ-ਸਮੇਂ ਪਾਲਣ ਕਰਨਾ ਚਾਹੀਦਾ ਹੈ। ਇਹ ਨਾ ਕਹੋ ਕਿ ਚੱਲ ਤੇਰੀ ਹੱਦ ਪਾਪ ਕਰ ਲੈਂਦੇ ਹਾਂ ਤਾਂ ਹੁਣ ਕਰ ਲੈਂਦੇ ਹਾਂ, ਫਿਰ ਨਾ ਕਰਾਂਗੇ ਆਦਿ। ਜਦੋਂ ਇਹਨਾਂ ਦੇ ਪਾਲਣ ਕਰਨ ਵਿੱਚ ਕਿਸੇ ਸਮੇਂ ਦੀ ਢਿੱਲ ਨਾ ਆਉਣ ਦਿਓ। ਅਤੇ ਜਦੋਂ ਲੇਖਾ ਦੇਣਾ ਤਾਂ ਕੌਣ ਦੇਊਗਾ? ਉਹ ਤਾਂ ਜਿਹੜਾ ਕਰੂਗਾ ਉਹ ਹੀ ਦੇਊਗਾ ਨਾ। ਹੁਣ ਦੂਏ ਦੇ ਮੇਰੇ ਉੱਤੇ ਕਰ ਤਾਂ ਲਈ ਅਤੇ ਭੁਗਤਾਨ ਤਾਂ ਤੈਨੂੰ ਭੁਗਤਣਾ ਪੈਣਾ। ਨੰਬਰ 2 ਨਿਯਮ ਨਿੱਜੀ ਆਚਾਰ ਨਾਲ ਸੰਬੰਧ ਰੱਖਦੇ ਹਨ। ਇਸ ਯੋਗ ਦਾ ਦੂਸਰਾ ਅੰਗ ਹੈ। ਇਹ ਵੀ 5 ਹਨ। ਹਾਂਜੀ, ਸੌਚ, ਸੰਤੋਖ, ਤਪ, ਸਵੈ ਅਧਿਐਨ ਅਤੇ ਈਸ਼ਵਰ ਪ੍ਰਣਿਧਾਨ। ਹੁਣ ਇਹਦੇ ਬਾਰੇ ਸਾਰਾ ਖੋਲ੍ਹਣਗੇ। ਹਾਂਜੀ, 2 ਤੇ 1 ਸੌਚ, ਇਹਦਾ ਅਰਥ ਹੈ ਸ਼ੁੱਧੀ ਜਾਂ ਸਫਾਈ। ਸੌਚ 2 ਤਰ੍ਹਾਂ ਦਾ ਹੁੰਦਾ ਹੈ। 2 1 ਭੀਤਰੀ ਸੌਚ। ਭੀਤਰੀ ਸੌਚ ਮਨ ਦੀ ਸਫਾਈ ਨੂੰ ਕਹਿੰਦੇ ਹਨ। ਅੰਤःਕਰਨ ਦੇ ਕਾਮ, ਕ੍ਰੋਧ, ਰਾਗ, ਦਵੈਸ਼ ਆਦਿ ਬਲਾਂ ਦਾ ਨਾਸ਼ ਕਰਨਾ ਹੀ ਭੀਤਰੀ ਸੁੱਧੀ ਹੈ। ਅੰਦਰ ਦੀ ਸੁੱਧੀ ਸਤ ਭਾਸ਼ਣ, ਸਵੈ ਅਧਿਐਨ, ਸਤਸੰਗ ਅਤੇ ਮਨ ਵਿੱਚ ਸ਼ੁੱਧ ਵਿਚਾਰ ਰੱਖਣ ਨਾਲ ਹੁੰਦੀ ਹੈ। ਅੰਦਰ ਦੀ ਸੁੱਧੀ ਦਾ ਇਹ ਲਾਭ ਹੁੰਦਾ ਹੈ ਕਿ ਬੁੱਧੀ ਸਾਫ਼ ਹੋ ਜਾਂਦੀ ਹੈ। ਜਿੰਨਾ ਚਿਰ ਬੁੱਧੀ ਸਾਫ਼ ਨਹੀਂ ਹੁੰਦੀ ਤੇ ਪੁੱਠੇ ਕੰਮਾਂ ਤੋਂ ਬਚ ਨਹੀਂ ਸਕਦਾ। ਇੰਦਰੀਆਂ ਦੇ ਕਾਬੂ ਪਾਉਣਾ ਆਸਾਨ ਹੋ ਜਾਂਦਾ ਹੈ। ਇਕਾਗਰਤਾ ਤੇ ਆਤਮਾ ਦੇ ਦਰਸ਼ਨ ਦੀ ਯੋਗਤਾ ਪ੍ਰਾਪਤ ਹੁੰਦੀ ਹੈ, ਕਿਉਂਕਿ ਸ਼ੁੱਧ ਮਨ ਹੀ ਈਸ਼ ਪ੍ਰਾਪਤੀ ਦਾ ਸਭ ਤੋਂ ਉੱਤਮ ਸਾਧਨ ਹੈ। 2 1 ਤੇ 2 ਬਾਹਰੀ ਸੌਚ। ਜਲ ਨਾਲ ਨਹਾਉਣਾ, ਸਾਫ਼ ਕੱਪੜੇ ਪਹਿਨਣਾ, ਸਥਾਨ ਸਾਫ਼ ਰੱਖਣਾ, ਖਾਣ ਪੀਣ ਦੀਆਂ ਚੀਜ਼ਾਂ ਅਤੇ ਬਰਤਨਾਂ ਨੂੰ ਗੰਦਗੀ ਤੋਂ ਬਚਾਉਣਾ, ਇਮਾਨਦਾਰੀ ਨਾਲ ਧਨ ਕਮਾਉਣਾ, ਸ਼ੁੱਧ ਭੋਜਨ ਖਾਣਾ ਅਤੇ ਸਭ ਦੇ ਨਾਲ ਸ਼ੁੱਧ ਸਤ ਵਿਵਹਾਰ ਕਰਨਾ, ਭਾਵ ਲੈਣ ਦੇਣ ਵਿੱਚ ਸਭ ਤਰ੍ਹਾਂ ਦੀ ਸਫਾਈ। ਇਹ ਵੀ ਬਾਹਰੀ ਸ਼ੁੱਧੀ ਹੈ। ਬਾਹਰ ਦੀ ਸਫਾਈ ਨਾਲ ਇਹ ਲਾਭ ਹੁੰਦਾ ਹੈ ਕਿ ਮਨੁੱਖ ਨੂੰ ਆਪਣੇ ਸਰੀਰ ਤੋਂ ਵੀ ਘਿਰਣਾ ਪੈਦਾ ਹੋ ਜਾਂਦੀ ਹੈ, ਕਿਉਂਕਿ ਉਹ ਇਸ ਦੀ ਸਫਾਈ ਕਰਦੇ ਕਰਦੇ ਵਿਚਾਰ ਕਰਦਾ ਹੈ ਕਿ ਸਰੀਰ ਨੂੰ ਹਜ਼ਾਰਾਂ ਵਾਰ ਨਹਾਇਆ, ਸਾਫ਼ ਕੀਤਾ, ਪਰ ਉਹਦਾ ਮੁਸ਼ਕ ਹਾਲੇ ਵੀ ਦੂਰ ਨਹੀਂ ਹੋਇਆ। ਰੋਜ਼ ਨਵੀਂ ਤੋਂ ਨਵੀਂ ਬੂ ਇਹਦੇ 'ਚ ਪੈਦਾ ਹੋ ਜਾਂਦੀ ਹੈ। ਐਸੇ ਸਰੀਰ ਦੀ ਚਿੰਤਾ ਵਿੱਚ ਆਪਣਾ ਸਮਾਂ ਨਸ਼ਟ ਕਰਨਾ ਅਤੇ ਦਿਨ ਰਾਤ ਇਹਨੂੰ ਹੀ ਸੁਵਾਰਨ ਦੀ ਚਿੰਤਾ 'ਚ ਰਹਿਣਾ ਕੋਈ ਸਿਆਣਪ ਨਹੀਂ। ਇਸ ਦਾ ਸਭ ਸਰੀਰ ਹਾਂਜੀ ਲੋੜਾਂ ਤੋਂ ਉੱਪਰ ਉੱਠ ਕੇ ਆਤਮਕ ਲੋੜਾਂ ਵੱਲ ਤੇਜ਼ੀ ਨਾਲ ਚੱਲਦਾ ਹੈ। ਆਪਣੇ ਸਰੀਰ ਨਾਲ ਘਿਰਣਾ ਦੇ ਨਾਲ ਸਰੀਰਕ ਹੰਕਾਰ ਵੀ ਨਹੀਂ ਰਹਿੰਦਾ। ਸੁੰਦਰਤਾ ਉਹਨੂੰ ਆਪਣੇ ਜਾਲ ਵਿੱਚ ਫਸਾ ਨਹੀਂ ਸਕਦੀ। ਉਹ ਸੁੰਦਰ ਤੋਂ ਸੁੰਦਰ ਸਰੀਰ ਨੂੰ ਵੀ ਇੱਕ ਗੰਦਗੀ ਭਰਿਆ ਥੈਲਾ ਸਮਝਦਾ ਹੈ, ਜਿਸ ਉੱਪਰ ਰੇਸ਼ਮ ਦਾ ਰੁਮਾਲ ਪਾਇਆ ਹੋਇਆ ਹੈ। ਪਰ ਬਾਹਰ ਦੀ ਸੁੱਧੀ ਨਾਲੋਂ ਅੰਦਰ ਦੀ ਸੁੱਧੀ ਅਤੀ ਜ਼ਰੂਰੀ ਹੈ, ਕਿਉਂਕਿ ਸੁੱਧ ਅੰਤःਕਰਨ ਹੀ ਈਸ਼ਵਰ ਪ੍ਰਾਪਤੀ ਇੱਕ ਮਾਤਰ ਸਾਧਨ ਹੈ। ਉਹ ਜਿਵੇਂ ਕੋਈ ਬੰਦਾ ਕਿਸੇ ਦੇਵੀ ਦੇ ਉੱਤੇ ਲੱਟੂ ਹੋਇਆ ਸੀ ਹੈਂ, ਉਸ ਨੇ ਵੀ ਕੀ ਕੀਤਾ, ਜਲਾਵ ਲੈ ਲਿਆ, ਜਿੰਨਾ ਗੰਦ ਨਿਕਲਿਆ ਉਲਟੀਆਂ ਕਰਾ ਲਈਆਂ, ਸਾਰਾ ਇਕੱਠਾ ਕਰ ਰੱਖ ਲਿਆ। ਉਹ ਜੇ ਲਿਆ ਕਹਿੰਦੇ ਤੇਰੇ ਸਰੀਰ 'ਤੇ ਰੌਣਕ ਨਹੀਂ ਰਹੀ, ਕਹਿੰਦੇ ਆ ਇਹਦੇ ਵਿੱਚੋਂ ਨਿਕਲਿਆ, ਜਿਹਦੇ ਲੱਟੂ ਹੋਇਆ ਫਿਰਦਾ ਇਹ ਗੰਦ ਮੂਤ ਦਾ ਹੱਡੀਆਂ ਦਾ ਪਿੰਜਰ ਆ, ਗੂੰ ਮੂਤ ਦਾ ਥੈਲਾ ਇਹ, ਉਹਨੂੰ ਵੀ ਅਕਲ ਆਵੇ। ਕਹਿੰਦੇ ਇਹਦੇ 'ਚੋਂ ਨਿਕਲਿਆ ਜਿਹਦੇ ਲੱਟੂ ਹੋਇਆ ਫਿਰਦਾ। ਉਹ ਦੇਵੀ ਨੇ ਉਹਨੂੰ ਚੰਗੇ ਮਾਰਗ ਤੋਰ ਦਿੱਤਾ। ਨੰਬਰ 2 ਸੰਤੋਖ। ਮਿਹਨਤ ਕਰਕੇ ਜੋ ਧਨ ਮਿਲੇ ਉਸ 'ਤੇ ਸਬਰ ਕਰਨਾ ਅਤੇ ਆਪਣੇ ਪੁਰਸ਼ਾਰਥ ਨਾਲ ਜੋ ਇੱਕ ਪੈਸਾ ਵੀ ਪ੍ਰਾਪਤ ਹੋਵੇ ਉਸ ਨੂੰ ਬਰਕਤ ਦਾ ਖਜ਼ਾਨਾ ਸਮਝਣਾ। ਦੂਸਰੇ ਧਨ ਦੀ ਇੱਛਾ ਨਾ ਕਰਨਾ, ਦੂਸਰੇ ਦੇ ਧਨ ਦੇਖ ਕੇ ਈਰਖਾ ਨਾ ਕਰਨਾ, ਲੋਭ ਨਾ ਕਰਨਾ ਅਤੇ ਲਾਭ ਹਾਨੀ ਵਿੱਚ ਹਰਖ ਸੋਗ ਨਾ ਕਰਨਾ ਸੰਤੋਖ ਹੈ। ਸੰਤੋਖ ਬਿਰਤੀ ਬਣਾਉਣ ਦੇ ਲਈ ਈਸ਼ਵਰ 'ਤੇ ਵਿਸ਼ਵਾਸ
ਅਤੇ ਉਹਦੀ ਇੱਛਾ ਵਿੱਚ ਰਹਿਣ ਦਾ ਸੁਭਾਅ ਹੋਣਾ ਚਾਹੀਦਾ। ਤ੍ਰਿਸ਼ਨਾ ਦਾ ਸਰਬ ਦਾ ਭਾਵ ਹੀ ਸੰਤੋਖ ਹੈ। ਹੁਣ ਮਾਤਾ ਉਹਦੀ ਸੇਵਾ ਕਰਦੀ ਸੀ, ਬਹੁਤ ਸਮਝਾਉਂਦੇ ਸੀ। ਉਹ ਕਿਤੇ ਪੁੱਤ ਦਾ ਫੋਨ ਆ ਗਿਆ, ਉਹਨੂੰ ਕੋਈ ਆਪਣੀ ਕਲਪਨਾ ਦੱਸਤੀ, ਉਹਦੇ ਨਾਲ ਬਲੱਡ ਪ੍ਰੈਸ਼ਰ ਕਿੱਥੇ ਤੱਕ ਚਲੇ ਗਿਆ, 250 ਦਿਨ, ਅਤੇ ਹੁਣ ਕਿੰਨੇ ਦਿਨ ਹਸਪਤਾਲ ਦੁੱਖ ਪਾਇਆ। ਇਹ ਅਨਰਗਲ ਦੀ ਵਿਅਰਥ ਦੀ ਚਿੰਤਾ ਹੈ। ਹੁਣ ਬੱਚੇ ਬੱਚੀਆਂ ਵਿਆਹ ਲੈ, ਪੜ੍ਹਾ ਲੈ, ਪੋਤੇ ਪੋਤੀਆਂ ਵਾਲੇ, ਦੋਤੇ ਦੋਤੀਆਂ, ਫਿਰ ਕਿਉਂ ਕਲਪਨਾ ਕਰਦੇ ਆ? ਉਹ ਕਲਪਨਾ ਨਾਲ ਕੀ ਮਿਲਿਆ? ਆਪ ਵੀ ਦੁਖੀ, ਉੱਪਰ ਵਾਲੇ ਵੀ ਦੁਖੀ ਹੋ ਗਏ। ਹਾਂਜੀ, ਮਾਇਆ ਵੀ ਖਰਚ ਕਰਨੀ ਪੈਂਦੀ। ਇਸ ਕਰਕੇ ਜਦੋਂ ਬੰਦਾ ਨਹੀਂ ਕਰਦਾ ਨਾ, ਉਹਨਾਂ ਚਿਰ ਗੱਲ ਬਣਦੀ ਨਹੀਂ। ਇਸ ਕਰਕੇ ਜਿਹੜੀ ਮਮਤਾ ਆ, ਇਹ ਵੀ ਦੁੱਖਾਂ ਦਾ ਕਾਰਨ ਹੈ। ਇਸ ਕਰਕੇ ਕਹਿੰਦੇ ਆ ਕਿ ਈਸ਼ਵਰ 'ਤੇ ਵਿਸ਼ਵਾਸ ਕਰਨਾ, ਹਾਂਜੀ, ਸੰਤੋਖ ਬਿਰਤੀ ਬਣਾਉਣ ਦੇ ਲਈ ਈਸ਼ਵਰ 'ਤੇ ਵਿਸ਼ਵਾਸ ਅਤੇ ਉਹਦੀ ਇੱਛਾ ਵਿੱਚ ਰਹਿਣ ਦਾ ਸੁਭਾਅ ਹੋਣਾ ਚਾਹੀਦਾ। ਤ੍ਰਿਸ਼ਨਾ ਦਾ ਸਰਬ ਦਾ ਅਭਾਵ ਹੀ ਸੰਤੋਖ ਹੈ। ਸੰਤੋਖ ਦੇ ਲਾਭ, ਸੰਤੋਖ ਨਾਲ ਵੱਡਾ ਸੁੱਖ ਅਤੇ ਵੱਡੀ ਸ਼ਾਂਤੀ ਪ੍ਰਾਪਤ ਹੁੰਦੀ ਹੈ। ਮਨੁੱਖ ਇੰਦਰੀਆਂ ਦੇ ਭੋਗਾਂ ਨਾਲ ਜੋ ਸੁੱਖ ਪਾਉਂਦਾ ਹੈ, ਉਸ ਨਾਲੋਂ 1000 ਗੁਣਾ ਵੱਧ ਕੇ ਜੋਗੀ ਨੂੰ ਸੰਤੋਖ ਨਾਲ ਸੁੱਖ ਅਤੇ ਸ਼ਾਂਤੀ ਮਿਲਦੀ ਹੈ। ਸਬਰ ਨਾਲ ਚੰਚਲਤਾ ਦਾ ਨਾਸ਼ ਹੁੰਦਾ ਹੈ, ਔਰ ਇੰਦਰੀਆਂ ਦੇ ਭੋਗ ਨਾਲ ਚੰਚਲਤਾ ਵੱਧਦੀ ਹੈ। ਇਹਦੇ ਸੰਸਾਰਕ ਖੁਸ਼ੀ ਸਬਰ ਦੀ ਖੁਸ਼ੀ ਦਾ ਮੁਕਾਬਲਾ ਨਹੀਂ ਕਰ ਸਕਦੀ। ਕਿੱਥੇ ਭੋਗ ਵਿਲਾਸ ਪਿਰਿਆ ਮਨੁੱਖ ਅਤੇ ਕਿੱਥੇ ਹਰ ਅਵਸਥਾ ਵਿੱਚ ਮਸਤ ਰਹਿਣ ਵਾਲਾ ਸੰਤੋਖੀ ਆਤਮਾ। ਭੋਗ ਵਿਲਾਸ ਪਿਰਿਆ ਦੇ ਚਿਹਰੇ 'ਤੇ ਚਿੰਤਾ ਅਤੇ ਦੁੱਖ ਦੇ ਬੱਦਲ ਵਰਨ ਲੱਗਦੇ ਹਨ। ਹਾਂਜੀ, ਜਿਸ ਸਮੇਂ ਉਹਨੂੰ ਭੋਗ ਦੀ ਸਮੱਗਰੀ ਨਹੀਂ ਹੁੰਦੀ, ਉਹ ਕ੍ਰੋਧ ਨਾਲ ਲਾਲ ਪੀਲਾ ਹੋ ਜਾਂਦਾ ਹੈ। ਸਬਰ ਰੱਖਣ ਵਾਲਾ ਸਦਾ ਸੁਖੀ ਰਹਿੰਦਾ ਹੈ। ਨਾ ਆਉਣ ਦੀ ਖੁਸ਼ੀ, ਨਾ ਜਾਣ ਦਾ ਦੁੱਖ। ਜਿਸ ਦਿਨ ਘਰ ਵਿੱਚ ਖਾਣ ਨੂੰ ਕੁਝ ਨਹੀਂ ਹੁੰਦਾ ਸੀ, ਤਾਂ ਮਲਾਨਾ ਰੂਮੀ ਕਿਹਾ ਕਰਦੇ ਸਨ ਕਿ ਅੱਜ ਸਾਡੇ ਘਰ ਤੋਂ ਦਰਵੇਸ਼ੀ ਦੀ ਬੂ ਆਉਣੀ। ਕਹਿੰਦੇ ਜਿਸ ਦਿਨ ਖਾਣ ਨੂੰ ਨਹੀਂ ਹੁੰਦਾ, ਮਲਾਨਾ ਰੂਮੀ ਮਹਾਂਪੁਰਖ ਹੋਇਆ, ਕਹਿੰਦੇ ਅੱਜ ਖਾਣ ਨੂੰ ਮਿਲਿਆ, ਕਹਿੰਦੇ ਅੱਜ ਹਾਂਜੀ ਸਾਨੂੰ ਫਕੀਰਾਂ ਦੀ ਸੁਗੰਧੀ ਆ ਰਹੀ ਹੈ, ਕਿ ਮਤਲਬ ਰੱਬ ਨਾਲ ਬਿਰਤੀ ਜੋੜ ਰਹੇ ਹੈ। ਹੁਣ ਅੱਗੇ ਜਿਹੜਾ ਹੈਗਾ ਤਪ ਬਾਰੇ ਹੋਏਗਾ, ਇਹਦੇ ਬਾਰੇ ਆਪਾਂ ਦੋ ਰਹਿ ਗਏ ਕਰਨ ਤੋਂ ਬਾਅਦ ਫਿਰ ਅੱਗੇ ਚੱਲਾਂਗੇ। ਤਪ ਆਪਣਾ ਧਰਮ ਪਾਲਣ ਕਰਨ ਦੇ ਲਈ ਜਾਂ ਆਪਣੇ ਆਦੇਸ਼ ਦੀ ਪ੍ਰਾਪਤੀ ਲਈ ਭੁੱਖ, ਪਿਆਸ, ਗਰਮੀ, ਸਰਦੀ, ਦੁੱਖ, ਸੁੱਖ ਆਦਿ ਸਭ ਤਰ੍ਹਾਂ ਦੇ ਕਸ਼ਟਾਂ ਨੂੰ ਖੁਸ਼ੀ ਖੁਸ਼ੀ ਨਾਲ ਸਹਿਣ ਕਰਨ ਦਾ ਨਾਮ ਤਪ ਹੈ। ਜੋ ਹਰ ਕਸ਼ਟ ਸਹਿਣ ਕਰ ਲਵੇ ਪਰ ਧਰਮ ਦਾ ਤਿਆਗ ਨਾ ਕਰੇ, ਉਹ ਤਪਸਵੀ ਹੈ। ਲਾਭਹਾਨੀ ਵਿੱਚ ਇੱਕ ਰਸ ਰਹੋ, ਭਾਵ ਸਬਰ ਤੋਂ ਕੰਮ ਲਓ। ਤੁਸੀਂ ਕਸ਼ਟ ਚੁੱਕ ਕੇ ਦੂਸਰਿਆਂ ਦਾ ਭਲਾ ਕਰੋ, ਕਹਿੰਦੇ ਨਹੀਂ ਬਿਹਤਰ ਰਿਆਜ਼ ਨਿੰਦਾ ਤਪੱਸਿਆ ਕਰਨੀ, ਕੋਈ ਜਪ ਤਪ ਕਰਨਾ, ਕੋਈ ਬੰਦੋਂ ਕੀ ਭਲਾਈ ਸੀ। ਇਹ ਕਹਿੰਦੇ ਇਹ ਬਹੁਤ ਭਲਾ। ਕਹਿੰਦੇ ਉਹ ਮਹਾਰਾਜ ਹੁਣੀ ਨਾ ਜੈਨ ਗਏ ਬਾਬਾ ਹਰਨਾਮ ਸਿੰਘ ਮਹਾਰਾਜ ਕੋਲ, ਉਹ ਧੰਨ ਧੰਨ ਬਾਬਾ ਕਰਮ ਸਿੰਘ ਸਾਹਿਬ ਦੇ ਸੇਵਕ ਸੀ, ਅਤੇ ਖਾਣ ਨੂੰ ਕੁਝ ਨਾ, ਅਤੇ ਕੋਈ ਛਲੀਆਂ ਲਿਆ ਅਤੇ ਮਹਾਰਾਜ ਨੂੰ ਬਣ ਅਤੇ ਮਸਤ ਕਹਿੰਦੇ ਮਸਤਾ ਅੱਜ ਹੋਰ ਤਾਂ ਕੋਈ ਨਹੀਂ, ਅਤੇ ਆਹ ਛਲੀਆਂ ਭੁੰਨ ਲਈਏ। ਮਹਾਰਾਜ ਕਹਿੰਦੇ ਮਹਾਰਾਜ ਭੁੰਨਣੀਆਂ ਕਿ ਐਵੇਂ ਚਰੁੰਡ ਲੈਂਦੇ ਹੈਂ, ਅਤੇ ਉਹ ਚਰੁੰਡਣ ਲੱਗ ਪਏ। ਅਤੇ ਬਾਬਾ ਜੀ ਮਹਾਰਾਜ ਕਹਿਣ ਲੱਗੇ, ਕਹਿੰਦੇ ਮਸਤਾ ਤੂੰ ਹੁਣ ਸੰਤ ਬਣ ਗਿਆ, ਕਹਿੰਦੇ ਮਸਤਾ ਤੂੰ ਹੁਣ ਸੰਤ ਬਣ ਗਿਆ, ਸਵਾਦਾਂ ਤੋਂ ਉੱਪਰ ਉੱਠ ਗਿਆ। ਅਤੇ ਬਾਬਾ ਹਰਨਾਮ ਸਿੰਘ ਅਤੇ ਬਾਬਾ ਜਵਾਲਾ ਨੂੰ ਕਹਿੰਦੇ ਮਸਤਾ ਤੂੰ ਹੁਣ ਫਕੀਰ ਬਣ ਗਿਆ। ਤਪ ਕਹਿੰਦੇ ਹਨ ਤਪਾਉਣ ਨੂੰ। ਹੁਣ ਜਿਵੇਂ ਆਹ ਦੇਖੋ ਕੜਾਹੀਏ 'ਤੇ ਹੋਵੇ ਨਾ ਸੀਮਿੰਟ ਲਗਾਇਆ, ਅੱਗ 'ਤੇ ਰੱਖ ਦਿਓ, ਲੈ ਜਾਂਦਾ। ਤਪ ਕਹਿੰਦੇ ਹਨ ਤਪਾਉਣ ਨੂੰ। ਜਿਸ ਤਰ੍ਹਾਂ ਸੋਨੇ ਜਾਂ ਲੋਹੇ ਨੂੰ ਤਪਾ ਕੇ ਸਾਫ਼ ਕਰ ਲੈਂਦੇ ਹਨ, ਉਸੇ ਤਰ੍ਹਾਂ ਧਰਮ ਪਾਲਣ ਰੂਪੀ ਤਪ ਨਾਲ ਮਨ ਨੂੰ ਨਿਰਮਲ ਕਰ ਲੈਣਾ ਤਪ ਹੈ। ਇਸ ਲਈ ਮਨ ਨੂੰ ਅਭਿਆਸ ਦੀ ਅੱਗ ਵਿੱਚ ਤਪਾ ਕੇ ਸਾਫ਼ ਕਰ ਲੈਣਾ ਚਾਹੀਦਾ। ਭਾਵ ਜਿਸ ਬੁਰੇ ਕੰਮ ਵੱਲ ਮਨ ਜਾਂਦਾ ਹੈ, ਉੱਧਰੋਂ ਉਹਨੂੰ ਖਿੱਚ ਕੇ ਆਪਣੇ ਧਰਮ ਜਾਂ ਉਦੇਸ਼ ਵਿੱਚ ਲਗਾਉਣਾ ਤਪ ਹੈ। ਜੋ ਦੁੱਖ ਸੁੱਖ ਆਦਿ ਇਹਨਾਂ ਦੋਹਾਂ ਅਵਸਥਾ 'ਚ ਇੱਕੋ ਜਿਹਾ ਰਹਿੰਦਾ ਹੈ, ਘਬਰਾਉਂਦਾ ਨਹੀਂ, ਉਹੀ ਤਪਸਵੀ ਹੈ। ਮਹਾਰਿਸ਼ੀ ਪਤੰਜਲੀ ਕਹਿੰਦੇ ਹਨ ਕਿ ਜੋ ਤਪਸਵੀ ਨਹੀਂ, ਉਹਦਾ ਯੋਗ ਵਿਅਰਥ ਹੈ। ਤਪ ਦੇ ਲਾਭ, ਤਪ ਨਾਲ ਪਾਪ ਦਾ ਨਾਸ਼ ਹੁੰਦਾ ਹੈ ਅਤੇ ਮਨ ਸ਼ੁੱਧ ਹੋ ਜਾਂਦਾ ਹੈ। ਇਸ ਨਾਲ ਜੋ ਸੰਸਕਾਰ ਲੱਖਾਂ ਜਨਮਾਂ ਤੋਂ ਸਾਡਾ ਪਿੱਛਾ ਕਰ ਰਹੇ ਹਨ, ਉਹ ਧੋ ਹੋ ਜਾਂਦੇ ਹਨ ਅਤੇ ਮਨ ਤੋਂ ਬੁਰੇ ਵਿਚਾਰ ਨਿਕਲ ਜਾਂਦੇ ਹਨ, ਅਤੇ ਇਸ ਦੇ ਬਾਅਦ ਸਰੀਰ ਅਤੇ ਇੰਦਰੀਆਂ ਦੀ ਸਿੱਧੀ ਪ੍ਰਾਪਤ ਹੁੰਦੀ ਹੈ।
ਸਰੀਰ ਦੀ ਸਿੱਧੀ ਦਾ ਇਹ ਅਰਥ ਹੈ ਕਿ ਸਰਦੀ ਗਰਮੀ ਭੁੱਖ ਪਿਆਸ ਆਦਿ ਤੋਂ ਕਾਬੂ ਪਾ ਲੈਣਾ। ਤਪ ਕਰਨ ਵਾਲੇ ਜੋਗੀ ਦਾ ਸਰੀਰ ਸਖਤ ਤੋਂ ਸਖਤ ਸਥਾਨ 'ਤੇ ਬਿਨਾਂ ਕਿਸੇ ਕੱਪੜੇ ਆਦਿ ਤੋਂ ਦੇ ਰਹਿ ਸਕਦਾ ਹੈ ਅਤੇ ਸਖਤ ਗਰਮੀ ਵਿੱਚ ਕਿਸੇ ਛਾਂ ਦੇ ਬਿਨਾਂ ਆਪਣਾ ਕੰਮ ਕਰ ਸਕਦਾ ਹੈ। ਇਹ ਤਪ ਦੀ ਮਹਿਮਾ ਹੈ ਕਿ ਉਸ ਦਾ ਸਰੀਰ ਸਰਦੀ ਗਰਮੀ ਦਾ ਆਦੀ ਹੋ ਜਾਂਦਾ। ਧੰਨ ਗੁਰੂ ਅਮਰਦਾਸ ਸਾਹਿਬ ਦੇਖ ਲਓ, ਬੁਢਾਪੇ ਵਿੱਚ ਵੀ ਕਿੰਨੇ ਰਹੇ ਆ, ਕਿੱਡੀ ਤਪੱਸਿਆ ਸੀ। ਇੰਦਰੀਆਂ ਦੀ ਸਿੱਧੀ ਦਾ ਅਰਥ ਇਹ ਹੈ ਕਿ ਉਹ ਜਿਸ ਵੀ ਇੰਦਰੀ ਨੂੰ ਉਸ ਦੇ ਭੋਗ ਤੋਂ ਹਟਾਉਣਾ ਚਾਹੁੰਦਾ ਹੈ ਆਸਾਨੀ ਨਾਲ ਹਟਾ ਸਕਦਾ ਹੈ। ਵੱਡੇ ਤੋਂ ਵੱਡਾ ਸ਼ਬਦ ਉਹਦੇ ਕੰਨ ਨੂੰ ਆਪਣੇ ਵੱਲ ਖਿੱਚ ਨਹੀਂ ਸਕਦਾ। ਵੱਡੇ ਤੋਂ ਵੱਡਾ ਸੁੰਦਰ ਪ੍ਰਾਣੀ ਉਹਦੀਆਂ ਇੰਦਰੀਆਂ ਵਿੱਚ ਬਕਾਰ ਨਹੀਂ ਪੈਦਾ ਕਰ ਸਕਦਾ। ਬਹੁਤ ਹੀ ਸਵਾਦਲਾ ਭੋਜਨ ਨੂੰ ਆਪਣੇ ਵੱਲ ਖਿੱਚ ਨਹੀਂ ਸਕਦਾ। ਵੱਡੇ ਤੋਂ ਵੱਡਾ ਕਸ਼ਟ ਉਹਦੇ ਮੂੰਹ ਤੋਂ ਉਫ ਤੱਕ ਨਹੀਂ ਕਢਾ ਸਕਦਾ। ਇਹ ਭਿਆਨਕ ਦ੍ਰਿਸ਼ ਉਹਦੇ ਦਿਲ ਨੂੰ ਡਰਾ ਨਹੀਂ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।